ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਇਸ ਸਮੇਂ ਸਤਿਗੁਰੂ ਜੀ ਦੀ ਪਾਵਨ ਗੋਦ ਅੰਦਰ ਸੁਭਾਈਮਾਨ ਹੋ ਕਰਕੇ ਆਪਣੇ ਜੀਵਨ ਦੇ ਅਮੋਲਕ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਆਓ ਲੜੀਵਾਰ ਗੁਰਬਾਣੀ ਪਾਠ ਸੰਥਿਆ ਦੇ ਨਾਲ ਜੁੜਨਾ ਕਰੀਏ। ਕੱਲ ਤੱਕ ਆਪਾਂ 4 ਸ਼ਬਦਾਂ ਦੀ ਜਿਹੜੀ ਵਿਚਾਰ ਹੈ ਉਹ ਸੰਪੂਰਨ ਕਰ ਲਈ ਸੀ। ਅੱਜ ਅਗਲੇ ਸ਼ਬਦ ਦੀ ਵਿਚਾਰ ਜਿਹੜੀ ਹੈ ਸੰਥਿਆ ਰੂਪ ਦੇ ਵਿੱਚ ਵਿਚਾਰ ਅਧੀਨ ਹੈ। ਸੋ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪਹਿਲਾ। ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰਾ। ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ 4। ਸੱਚ ਮਿਲਿਆ ਤਿਨ ਸੂਫੀਆਂ ਰੱਖਣ ਕੋ ਦਰਬਾਰ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸ੍ਰੀ ਰਾਗ ਦੇ ਅੰਦਰ ਰਹਿਮਤ ਕਰ ਰਹੇ ਹਨ। ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ। ਅਮਲ ਤੋਂ ਭਾਵ ਹੁੰਦਾ ਹੈ ਨਸ਼ਾ, ਕਿ ਆਪਾਂ ਸ਼ਬਦ ਆਮ ਹੀ ਵਰਤਦੇ ਨੇ ਕਿ ਉਹ ਤੇ ਅਮਲੀ ਹੈ ਜਾਂ ਵੀ ਉਹਨੂੰ ਅਮਲ ਲੱਗਾ ਹੋਇਆ ਹੈ। ਗਲੋਲਾ ਤੋਂ ਭਾਵ ਗੋਲਾ, ਕਿ ਅਮਲ ਦਾ ਗੋਲਾ। ਪਾਤਸ਼ਾਹ ਜੀ ਆਖਣ ਲੱਗੇ ਕਿ ਦਿੱਤਾ ਦੇਵਨਹਾਰ, ਕਿ ਦੇਨਹਾਰ ਪ੍ਰਭੂ ਨੇ ਆਪ ਹੀ ਜਗਤ ਦਾ ਮੋਹ ਰੂਪ, ਜਗਤ ਦਾ ਮੋਹ ਰੂਪ ਅਫੀਮ ਦਾ ਗੋਲਾ ਜੀਵ ਨੂੰ ਜਿਹੜਾ ਹੈ ਉਹ ਦਿੱਤਾ ਹੋਇਆ ਹੈ। ਕਿ ਜਿਹੜਾ ਮੋਹ ਹੈ ਉਹ ਅਫੀਮ ਵਰਗਾ ਹੈ, ਕਿ ਜਿਵੇਂ ਕੋਈ ਅਫੀਮ ਦਾ ਨਸ਼ਾ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਉਸ ਮਾਲਕ ਪਰਮੇਸ਼ਰ ਨੇ ਇੱਕ ਮੋਹ ਜਿਹੜਾ ਜੀਵਾਂ ਦੇ ਵਿੱਚ ਪੈਦਾ ਕੀਤਾ ਹੋਇਆ ਹੈ ਉਹ ਫੀਮ ਦੇ ਸਮਾਨ ਜਾਣੋ। ਕਿ ਜਿਵੇਂ ਕੋਈ ਫੀਮ ਦਾ ਗੋਲਾ ਜਿਹੜਾ ਹੈ ਉਹ ਖਾਂਦਾ ਹੈ, ਨਸ਼ਾ ਕਰਦਾ ਹੈ, ਕਿ ਅਫੀਮ ਦੇ ਗੋਲੇ ਦੀ ਤਰ੍ਹਾਂ ਉਸ ਮਾਲਕ ਨੇ ਜਗਤ ਨੂੰ ਹੈ, ਸੰਸਾਰ ਨੂੰ ਇੱਕ ਮੋਹ ਦਾ ਗੋਲਾ ਜਿਹੜਾ ਉਹ ਦਿੱਤਾ ਹੋਇਆ ਹੈ। ਤੇ ਇਸ ਮੋਹ ਭਾਵ ਇਸ ਅਫੀਮ ਰੂਪ ਮੋਹ ਨੂੰ ਖਾ ਕੇ ਮਸਤ ਹੋਈ ਜਿੰਦ ਹੈ ਜਿਹੜੀ ਨੇ ਮੌਤ ਭੁਲਾ ਦਿੱਤੀ ਹੈ। ਕਿ ਮਤੀ ਮਰਨ ਵਿਸਾਰਿਆ। ਮਤੀ ਤੋਂ ਭਾਵ ਮਤੀ ਹੋਈ, ਮਸਤ ਹੋਈ। ਜੇ ਇਹਨੂੰ ਅਸੀਂ ਮਤੀ ਪੜਾਂਗੇ ਤੇ ਫਿਰ ਇਹਦਾ ਹੋਏਗਾ ਮਤ। ਜੇ ਇਹਨੂੰ ਮਤੀ ਪੜਾਂਗੇ ਤੇ ਭਾਵ ਮਸਤ ਹੋਈ। ਮਤੀ ਮਰਨ ਵਿਸਾਰਿਆ, ਕਿ ਮਤੀ ਹੋਈ ਨੇ, ਮਸਤ ਹੋਈ ਨੇ ਜਿਹੜਾ ਹੈ ਉਸ ਮਾਲਕ ਨੂੰ ਵਿਸਾਰ ਕੇ ਭਾਵ ਕਿ ਮੌਤ ਨੂੰ ਜਿਹੜਾ ਹੈ ਉਹ ਭੁਲਾ ਦਿੱਤਾ ਹੈ। 4 ਦਿਨ ਦੀ ਜ਼ਿੰਦਗੀ ਵਿੱਚ ਰੰਗ ਰਲੀਆਂ ਮਾਣ ਰਹੀ ਹੈ, ਖੁਸ਼ੀ ਕੀਤੀ ਦਿਨ 4। ਭਾਵ ਕਿ ਜਿਹੜੀ ਇਹ 4 ਦਿਨ ਦੀ ਜ਼ਿੰਦਗੀ ਹੈ, 4 ਦਿਨ ਦੀ ਇਹ ਜਿਹੜੀ ਖੇਡ ਹੈ
ਇਸ ਦੇ ਵਿੱਚ ਹੈ ਜਿਹੜਾ ਉਹ ਖੁਸ਼ੀਆਂ ਮਾਣ ਰਹੀ ਹੈ। ਪਾਤਸ਼ਾਹ ਜੀ ਆਖਣਗੇ ਸੱਚ ਮਿਲਿਆ ਤੇਰੀ ਸੋਫੀਆਂ। ਸੋਫੀ ਤੋਂ ਭਾਵ ਉਹ ਜਿਹੜੇ ਨਸ਼ਾ ਨਹੀਂ ਕਰਦੇ ਕਿ ਇਹ ਸੋਫੀ ਹੈ, ਭਾਵ ਸੋਫੀਆਂ ਕਿ ਜਿਨ੍ਹਾਂ ਨੇ ਮੋਹ ਨਸ਼ਾ ਛੱਡ ਕੇ, ਭਾਵ ਇਸ ਮੋਹ ਦਾ ਨਸ਼ਾ ਛੱਡ ਕੇ ਪਰਮਾਤਮਾ ਦਾ ਦਰ ਮੱਲਣ ਦਾ ਆਰ ਕੀਤਾ ਹੈ, ਉਦਮ ਕੀਤਾ ਹੈ। ਜਿਵੇਂ ਆਪ ਸਭ ਸਤਿਗੁਰੂ ਜੀ ਦੀ ਪਾਵਨ ਗੋਦ ਅੰਦਰ ਸੱਜ ਬੈਠੇ ਹੋ, ਇਸੇ ਤਰ੍ਹਾਂ ਹੀ ਕਿ ਜਿਨ੍ਹਾਂ ਨੇ ਇਸ ਵਿਕਾਰ ਨੂੰ, ਭਾਵ ਮੋਹ ਨੂੰ ਛੱਡ ਕਰਕੇ ਅਕਾਲ ਪੁਰਖ ਦਾ ਦਰ ਮੱਲਣ ਦਾ ਆਰ ਕੀਤਾ ਹੈ, ਉਹਨਾਂ ਨੂੰ ਸਦਾ ਥਿਰ ਰਹਿਣ ਵਾਲਾ ਪ੍ਰਭੂ ਹੈ ਜਿਹੜਾ ਉਹ ਮਿਲ ਪਿਆ ਹੈ। ਸੱਚ ਮਿਲਿਆ, ਸੱਚ ਮਿਲਣ ਤੋਂ ਭਾਵ ਉਹ ਮਾਲਕ ਪਰਮੇਸ਼ਰ ਹੈ ਜਿਹੜਾ ਉਹ ਮਿਲ ਪਿਆ ਹੈ। ਨਾਨਕ ਸਾਚੇ ਕੋ ਸੱਚ ਜਾਣ, ਜਿਤ ਸੇਵਿਐ ਸੁਖ ਪਾਈਐ, ਤੇਰੀ ਦਰਗਾਹ ਚੱਲੈ ਮਾਣ। ਰਹਾਉ। ਪਾਤਸ਼ਾਹ ਜੀ ਆਖਣ ਲੱਗੇ ਹੁਣ ਰਹਾਉ ਦੇ ਬੰਦ ਅੰਦਰ ਕਿ ਹੇ ਨਾਨਕ ਸਾਚੇ ਕੋ ਸੱਚ ਜਾਣ, ਕਿ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸੱਚੀ ਸਾਂਝ ਬਣਾ। ਸਾਚੇ ਕੋ ਸੱਚ ਜਾਣ ਕਿ ਉਹਦੇ ਨਾਲ ਜਿਹੜੀ ਹੈ ਸਾਂਝ ਬਣਾ, ਜਿਸ ਦਾ ਸਿਮਰਨ ਕੀਤਿਆਂ, ਜਿਸ ਨੂੰ ਯਾਦ ਕੀਤਿਆਂ ਜਿਹੜਾ ਹੈ ਸੁਖ ਮਿਲਦਾ ਹੈ। ਜਿਤ ਸੇਵਿਐ ਸੁਖ ਪਾਈਐ। ਕਿਹੜਾ ਸੁਖ ਹੈ ਇੱਥੇ? ਕਿਹੜੇ ਸੁਖ ਦੀ ਗੱਲ ਕੀਤੀ ਜਾ ਰਹੀ ਹੈ? ਆਤਮਿਕ ਸੁਖ ਦੀ ਗੱਲ। ਕਿਉਂਕਿ ਖੱਖੇ ਨੂੰ ਔਂਕੜ ਜਿਹੜਾ ਹੈ ਉਹ ਇੱਕ ਲੱਗਿਆ ਹੋਇਆ, ਭਾਵ ਇੱਕ ਸੁਖ ਦੀ ਗੱਲ ਹੈ ਕਿ ਆਤਮਿਕ ਸੁਖ ਹੈ ਜਿਹੜਾ ਉਹ ਮਿਲਦਾ ਹੈ। ਤੇ ਅਰਦਾਸ ਕਰਕੇ ਹੀ ਪ੍ਰਭੂ ਆਪਣਾ ਨਾਮ ਦੇ, ਜਿਸ ਕਰਕੇ ਤੇਰੀ ਹਜ਼ੂਰੀ ਵਿੱਚ ਆਦਰ ਮਿਲ ਸਕੇ, ਤੇਰੀ ਦਰਗਾਹ ਚੱਲੈ ਮਾਣ, ਮੈਨੂੰ ਮਾਣ ਜਿਹੜਾ ਹੈ ਉਹ ਮਿਲ ਸਕੇ, ਪ੍ਰਾਪਤ ਹੋ ਸਕੇ। ਸੱਚ ਸਰਾ ਗੁੜ ਬਾਹਰਾ, ਜਿਸ ਵਿੱਚ ਸੱਚਾ ਨਾਉ। ਸੁਣਹਿ ਵਖਾਣੈ ਜਿਤੜੇ, ਹਉ ਤਿਨ ਬਲਿਹਾਰੈ ਜਾਉ। ਇਹ ਇਸੇ ਨੂੰ ਜਾਉ ਪੜਾਂਗੇ ਜਾਂ ਜਾਉ ਪੜਾਂਗੇ? ਜਾਉ, ਕਿਉਂਕਿ ਅੱਗੇ ਹਉ ਲਿਖਿਆ ਹੋਇਆ ਹੈ। ਹਉ ਤੋਂ ਭਾਵ ਮੈਂ, ਕਿ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ। ਤਾਂ ਮਨ ਖੀਵਾ ਜਾਣੀਐ, ਜਾਂ ਮਹਿਲੀ ਪਾਏ ਥਾਉ। ਹੁਣ ਸਤਿਗੁਰੂ ਜੀ ਨੇ ਸ਼ਬਦ ਵਰਤਿਆ ਹੈ ਸੱਚ ਸਰਾ, ਭਾਵ ਸਰਾ ਜਿਹੜੀ ਹੈ ਸ਼ਰਾਬ, ਤੇ ਖੀਵਾ, ਖੀਵਾ ਤੋਂ ਭਾਵ ਤਾਂ ਮਨ ਖੀਵਾ, ਭਾਵ ਮਸਤ ਹੋਇਆ। ਖੀਵਾ ਤੋਂ ਭਾਵ ਮਸਤ ਹੋਇਆ ਹੋਇਆ। ਪਾਤਸ਼ਾਹ ਜੀ ਆਖਣ ਲੱਗੇ ਕਿ ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾਂ ਹੀ ਤਿਆਰ ਕਰੀਦਾ ਹੈ, ਤੇ ਉਸ ਸ਼ਰਾਬ ਵਿੱਚ ਪ੍ਰਭੂ ਦਾ ਨਾਮ ਹੁੰਦਾ ਹੈ। ਭਾਵ ਕਿ ਹੁਣ ਇੱਥੇ ਇੱਕ ਉਦਾਹਰਨ ਦਿੱਤੀ ਹੈ ਸਤਿਗੁਰੂ ਜੀ ਸਮਝਾਇਆ, ਇਹ ਨਹੀਂ ਕਿ ਹੁਣ ਸਾਰਿਆਂ ਨੇ ਸ਼ਰਾਬ ਪੀਣੀ ਆਰੰਭ ਕਰ ਦੇਣੀ ਕਿ ਨਸ਼ੇ ਨਾਲ ਹੋ ਜਾਏ, ਐਸਾ ਨਹੀਂ। ਭਾਵ ਉਸ ਮਾਲਕ ਦੇ ਨਾਮ ਦਾ ਜਿਹੜਾ ਹੈ ਨਸ਼ਾ ਕਰਨ ਦੀ ਗੱਲ ਹੋ ਰਹੀ ਹੈ। ਕਿਉਂਕਿ ਜਦੋਂ ਪਰਬਤ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਿੱਧਾਂ ਕੋਲ ਪਰਬਤਾਂ ਦੇ ਗਏ ਤੇ ਜਾ ਕਰਕੇ ਆਖੀ ਦੇਖਿਆ ਤੇ ਉਹ ਕੀ ਕਰ ਰਹੇ ਸਨ? ਸ਼ਰਾਬ ਪੀ ਕੇ ਤੇ ਜਾਂ ਭੰਗ ਆਦਿ ਪੀ ਕਰਕੇ ਜਿਹੜੀ ਸਮਾਧੀਆਂ ਲਾਉਂਦੇ ਸਨ ਕਿ ਸਾਡੀ ਜਿਹੜੀ ਹੈ ਅਸੀਂ ਵੀ ਉਹਦੇ ਨਾਲ ਜੁੜੇ ਰਹੀਏ, ਸਾਨੂੰ ਥਕਾਵਟ ਨਾ ਹੋਏ ਜਾਂ ਇਸ ਤਰ੍ਹਾਂ। ਤੇ ਸਤਿਗੁਰੂ ਜੀ ਆਖਣ ਲੱਗੇ ਇਹ ਤੇ ਸ਼ਰਾਬ ਦਾ ਨਸ਼ਾ ਕਰਕੇ ਜਾਂ ਤੁਸੀਂ ਭੰਗ ਆਦਿ ਦਾ ਨਸ਼ਾ ਕਰਕੇ ਉਹਦੇ ਨਾਲ ਜੁੜਦੇ ਹੋ, ਤੇ ਇਹ ਤੇ ਨਸ਼ਾ ਕੁਝ ਸਮੇਂ ਬਾਅਦ ਵੱਧ ਤੋਂ ਵੱਧ 10 ਘੰਟਿਆਂ ਬਾਅਦ, 20 ਬਾਅਦ, 24 ਬਾਅਦ ਲੈ ਜਾਏਗਾ। ਤੇ ਉਸ ਤੋਂ ਬਾਅਦ ਆਖਣ ਲੱਗੇ ਦੁਬਾਰਾ, ਫਿਰ ਆਖਣ ਲੱਗੇ ਫਿਰ ਇਹ ਨਸ਼ਾ ਠੀਕ ਨਹੀਂ ਹੈ ਕਿ ਇਸ ਨਸ਼ੇ ਨੂੰ ਕਿਉਂ ਆਸਰਾ ਬਣਾ ਰਹੇ ਹੋ? ਜੇ ਨਸ਼ਾ ਕਰਨਾ ਤੇ ਉਹਦੇ ਨਾਮ ਦਾ ਕਰੋ ਜਿਹੜਾ ਕਦੇ ਉਤਰੇ ਹੀ ਨਾ। ਭਾਵ ਕਿ
ਸਦਾ ਦੀ ਮਸਤੀ ਭਾਵ ਸਦਾ ਦਾ ਆਨੰਦ, ਸਦਾ ਦਾ ਜਿਹੜਾ ਹੈ ਸੁਖ ਪ੍ਰਾਪਤ ਕਰਨ ਦੇ ਲਈ ਪਾਤਸ਼ਾਹ ਜੀ ਆਖਣ ਲੱਗੇ ਉਸ ਦਾ ਜਿਹੜਾ ਹੈ ਗੁੜ ਬਾਹਰਾ, ਗੁੜ ਤੋਂ ਬਿਨਾ ਜਿਹੜਾ ਹੈ ਸ਼ਰਾਬ ਉਹ ਤਿਆਰ ਕਰੀਦਾ ਹੈ ਤੇ ਉਸ ਵਿੱਚ ਕਿਹੜਾ ਹੈ ਗੁੜ ਦੀ ਥਾਂ ਤੇ ਪ੍ਰਭੂ ਦਾ ਨਾਮ ਹੁੰਦਾ ਹੈ। ਭਾਵ ਅਸੀਂ ਜਿਸ ਦਾ ਸੇਵਨ ਕਰਨਾ ਹੈ ਭਾਵ ਮਾਲਕ ਦੇ ਨਾਮ ਦਾ, ਉਹ ਗੁੜ ਰੂਪ ਹੈ, ਕਿਉਂਕਿ ਗੁੜ ਤੋਂ ਬਿਨਾਂ ਸ਼ਰਾਬ ਤਿਆਰ ਨਹੀਂ ਨਾ ਹੁੰਦੀ। ਸੋ ਇਸੇ ਤਰ੍ਹਾਂ ਸਤਿਗੁਰੂ ਜੀ ਆਖਣ ਲੱਗੇ ਕਿ ਐਸਾ ਭਾਵ ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆ ਵੱਲੋਂ ਬੇਪਰਵਾਹ ਕਰ ਦਿੰਦਾ ਹੈ। ਕਿ ਜੇ ਕੋਈ ਇਹ ਨਸ਼ਾ ਕਰਕੇ ਆਖਦਾ ਹੈ ਕਿ ਮੈਂ ਮਸਤ ਹੋ ਗਿਆ, ਤਾਂ ਸਤਿਗੁਰੂ ਜੀ ਆਖਣ ਲੱਗੇ ਇਹ ਮਸਤੀ ਨਹੀਂ, ਕੁਝ ਸਮੇਂ ਦੀ ਹੈ। ਕੁਝ ਸਮੇਂ ਦੇ ਲਈ ਤੂੰ ਆਖੇਂਗਾ ਕਿ ਹਾਂ ਮੈਂ ਪਤਾ ਨਹੀਂ ਕਿੱਡਾ ਕੁ ਵੱਡਾ ਬਾਦਸ਼ਾਹ ਬਣ ਗਿਆ। ਪਾਤਸ਼ਾਹ ਜੀ ਆਖਣ ਲੱਗੇ ਇਹ ਇੱਥੇ ਰਹਿਣ ਵਾਲਾ ਨਹੀਂ, ਇਹ ਤਾਂ ਤੇਰੀ ਜੀਭ ਦਾ ਸਵਾਦ ਹੈ। ਕੁਝ ਸਮੇਂ ਬਾਅਦ ਤੈਨੂੰ ਆਪਣੀ ਸੁਰਤ ਵੀ ਭੁੱਲ ਜਾਂਦੀ ਹੈ। ਅਸਲ ਦੇ ਵਿੱਚ ਤੇ ਉਸ ਮਾਲਕ ਦਾ ਨਾਮ ਹੈ ਜਿਹੜਾ, ਉਹਦਾ ਨਸ਼ਾ ਕਰ, ਉਹਨੂੰ ਸ਼ਰਾਬ ਦੀ ਤਰ੍ਹਾਂ ਪੀ। ਜਿਵੇਂ ਤੂੰ ਸ਼ਰਾਬ ਭਾਵ ਜਿਹੜੇ ਸ਼ਰਾਬ ਬਹੁਤ ਹੀ ਪੀਂਦੇ ਨੇ ਕਿ ਉਹਦੇ ਨਾਮ ਦੇ ਨਾਲ ਜੁੜ, ਨਿਤਾ ਪ੍ਰਤੀ ਜਿਵੇਂ ਪੈਗ ਲਾਉਣਾ ਨਹੀਂ ਨਾ, ਕਈ ਬੰਦੇ ਭੁੱਲਦੇ ਕਿ ਨਹੀਂ ਸਾਨੂੰ ਰੋਟੀ ਨਹੀਂ ਸਵਾਦ ਲੱਗਦੀ, ਕਿਉਂਕਿ ਬਹੁਤ ਜਣੇ ਸੰਸਾਰ ਦੇ ਵਿੱਚ ਹੈ ਨੇ ਕਿ ਨਹੀਂ ਨਹੀਂ ਨਹੀਂ, ਤੇ ਫਿਰ ਉਸੇ ਤਰ੍ਹਾਂ ਆਖਦੇ ਨੇ ਕਿ ਉਹਦੇ ਨਾਮ ਨੂੰ ਵੀ ਇਵੇਂ ਆਪਣੇ ਲਈ ਨਿਤਾ ਪ੍ਰਤੀ ਹੈ ਜਿਹੜਾ ਉਹ ਜ਼ਰੂਰੀ ਕਰ, ਉਹਦੇ ਨਾਮ ਨੂੰ ਜਿਹੜਾ ਪੀ ਹੈ ਸ਼ਰਾਬ ਦਾ ਰੂਪ ਸਮਝ ਕਰਕੇ ਭਾਵ ਸੱਚੇ ਨਾਮ ਨੂੰ ਪੀਣਾ ਕਰ। ਤਾਂ ਕਰਕੇ ਕੀ ਹੋਏਗਾ, ਜਿਸ ਵਿੱਚ ਸੱਚਾ ਨਾਮ, ਜਿਸ ਵਿੱਚ ਉਸ ਮਾਲਕ ਦਾ ਸੱਚਾ ਨਾਂ ਹੈ ਤੇ ਜੋ ਦੁਨੀਆ ਦੇ ਵਿਕਾਰਾਂ ਦੇ ਵੱਲੋਂ, ਜਮਾਂ ਦੇ ਵੱਲੋਂ, ਮਾਇਆ ਦੇ ਵੱਲੋਂ ਬੇਪਰਵਾਹ ਕਰ ਦਿੰਦਾ ਹੈ। ਸੁਣੇ ਵਖਾਣੇ ਜੇਤੜੇ ਭਾਵ ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਬਲਿਹਾਰਿਆਂ ਤੋਂ ਭਾਵ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਜੋ ਪ੍ਰਭੂ ਦਾ ਨਾਮ ਸੁਣਦੇ, ਵਖਾਣੇ ਤੋਂ ਭਾਵ ਬੋਲਦੇ ਹਨ ਜਾਂ ਉਚਾਰਦੇ ਹਨ। ਮਨ ਨੂੰ ਤਦੋਂ ਹੀ ਜਿਹੜਾ ਮਸਤ ਹੋਇਆ ਜਾਣੋ, ਆਖਣ ਲੱਗੇ ਤਾਂ ਮਨ ਖੀਵਾ ਜਾਣੀਏ, ਉਦੋਂ ਹੀ ਇਹਨੂੰ ਖੀਵਾ ਹੋਇਆ ਜਾਣੋ, ਮਸਤ ਹੋਇਆ ਜਾਣੋ, ਜਦੋਂ ਇਹ ਪ੍ਰਭੂ ਦੀ ਯਾਦ ਵਿੱਚ ਟਿਕ ਜਾਏ, ਜਦੋਂ ਉਹਦੇ ਨਾਮ ਵਿੱਚ ਜਿਹੜਾ ਹੈ ਜੁੜ ਜਾਏ ਤੇ ਮਨ ਟਿਕਦਾ ਹੈ ਤੇ ਸਿਮਰਨ ਦੀ ਭਾਵ ਕਿ ਉਹਦੀ ਯਾਦ ਦੀ, ਉਹਦੀ ਹੁਕਮ ਦੀ, ਉਹਦੀ ਰਜ਼ਾ ਦੀ ਬਰਕਤ ਦੇ ਨਾਲ। ਇਹ ਪਾਤਸ਼ਾਹ ਜੀ ਜਿਹੜਾ ਹੈ ਉਹ ਸਮਝਾਉਣਾ ਚਾਹ ਰਹੇ, ਦੱਸ ਰਹੇ ਹਨ। ਨੌ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ, ਤਾਂ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ, ਦੁਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ, ਹੁਣ ਸਤਿਗੁਰੂ ਪਾਤਸ਼ਾਹ ਜੀ ਇੱਥੇ ਸਮਝਾ ਰਹੇ ਹਨ। ਸਤ ਪਰਮਲ, ਸਤ ਤੋਂ ਭਾਵ ਉੱਚਾ ਆਚਰਣ, ਪਰਮਲ, ਪਰਮਲ ਤੋਂ ਭਾਵ ਸੁਗੰਧੀ, ਵਾਸ ਤੋਂ ਭਾਵ ਵੀ ਹੈ ਜਿਹੜਾ ਉਹ ਸੁਗੰਧੀ ਹੈ। ਪਾਤਸ਼ਾਹ ਜੀ ਹੁਣ ਆਖ ਰਹੇ ਹਨ ਕਿ ਪਰਮਾਤਮਾ ਦਾ ਨਾਮ ਤੇ ਸਿਫਤ ਸਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ। ਲੱਖ ਦਾਤੀ ਭਾਵ ਲੱਖਾਂ ਦਾਤਾਂ ਦੀ ਗੱਲ ਹੋ ਰਹੀ ਹੈ, ਬਹੁਵਚਨ ਦੇ ਵਿੱਚ ਹੈ ਲੱਖ ਦਾਤੀ, ਕਿ ਲੱਖਾਂ ਦਾਤਾਂ ਨਾਲੋਂ ਇੱਕ ਦਾਤ, ਕਿ ਸਾਰੀਆਂ ਦਾਤਾਂ ਨਾਲੋਂ ਸਭ ਤੋਂ ਵਧੀਆ ਦਾਤ ਹੈ ਜਿਹੜੀ ਉਹ ਉਹਦੀ ਸਿਫਤ ਸਲਾਹ ਤੇ ਉਹਦਾ ਨਾਮ ਹੈ। ਤੇ ਸਿਫਤ ਸਲਾਹ ਨਾਲ ਹੀ ਮਨੁੱਖ ਦਾ ਮੂੰਹ ਜਿਹੜਾ ਹੈ ਉਹ ਸੋਹਣਾ ਲੱਗਦਾ ਹੈ। ਤਾਂ ਮੁਖ ਹੋਵੇ ਉਜਲਾ ਭਾਵ ਤਾਂ ਹੀ ਉਜਲ ਮੁਖ ਵਾਲੀ ਜਿਹੜਾ ਹੈ ਲੱਗੀਦਾ ਹੈ। ਪ੍ਰਭੂ ਦਾ ਨਾਮ ਤੇ ਸਿਫਤ ਸਲਾਹ ਹੀ ਮੂੰਹ ਉਜਲਾ ਕਰਨ ਲਈ ਪਾਣੀ ਹੈ। ਮੂੰਹ ਜਿਹੜਾ ਉਜਲਾ ਕਰਨ ਲਈ ਉਹ ਪਾਣੀ ਹੈ, ਕਿਉਂਕਿ ਅਸੀਂ ਬਾਹਰੋਂ ਕਿਤੋਂ ਵੀ ਘੁੰਮ ਕੇ ਆਈਏ ਜਾਂ ਕੋਈ ਕੰਮ ਕਰਦੇ ਹੋਏ ਸਾਡੇ ਮੂੰਹ ਤੇ ਮਿੱਟੀ ਆਦਿ ਪੈ ਜਾਂਦੀ ਹੈ ਤੇ ਫਿਰ ਅਸੀਂ ਮੂੰਹ ਨੂੰ ਪਾਣੀ ਨਾਲ ਜਿਹੜਾ ਹੈ ਉਹ ਸਾਫ਼ ਕਰਦੇ ਹਾਂ। ਪਾਤਸ਼ਾਹ ਜੀ ਆਖਣ ਲੱਗੇ ਨਾਉ ਨੀਰ,
कि ਉਹਦਾ ਨਾਮ ਹੈ ਜਿਹੜਾ ਉਹ ਪਾਣੀ ਹੈ, ਉਹਨੂੰ ਪਾਣੀ ਜਾਣੋ। कि जिवें संसार दे विच असीं ये मूँह धो के उज्जल हो जाते हैं, इसे तरह ही उस मालिक के दर ते भी असीं इस नाम रूप पानी नूं भाव कि वरत के इहनूं ध्यान विच रख के इहदे नाल अपने विकारां दी सफाई करके असीं उज्जल जिहड़ा है वो हो सकते हाँ। ते इस पानी दे नाल ही जिहड़ा है वो उहदे दर ते साफ हो करके पवित्र हो करके नाम रूप पानी है, नाम रूप पानी कि ਉਹਦਾ ਨਾਮ ਹੀ ਜਿਵੇਂ ਉਹ ਪਾਣੀ ਹੈ। ਤੇ ਸਿਫਤ ਸਲਾਹ ਦੀ ਬਰਕਤ ਨਾਲ ਬਣਿਆ ਹੋਇਆ ਸੁੱਚਾ ਆਚਰਣ, ਭਾਵ ਕਿ ਉਹਦੇ ਨਾਮ ਦੀ ਬਰਕਤ ਦੇ ਨਾਲ ਜਿਹੜਾ ਸਾਡਾ ਆਚਰਣ ਹੈ ਉਹ ਸਰੀਰ ਉੱਤੇ ਲਾਉਣ ਲਈ ਸੁਗੰਧੀ ਜਾਣ, ਭਾਵ ਕਿ ਉਹ ਵੀ ਸੁਗੰਧੀ ਹੈ ਕਿ ਸਭ ਕੁਝ ਉਹਦਾ ਨਾਮ ਹੀ ਹੈ। सतगुरु जी ਵੱਖਰੀ ਵੱਖਰੀ शब्द ਵਰਤ ਰਹੇ ਨੇ ਜੋ ਸੰਸਾਰ ਦੇ ਵਿੱਚ ਚੀਜ਼ਾਂ ਵਸਤੂਆਂ ਵਰਤੀਆਂ ਜਾਂਦੀਆਂ ਸਨ। ਪਾਤਸ਼ਾਹ ਜੀ ਸਮਝਾਉਣ ਦਾ ਯਤਨ ਇੱਕੋ ਹੀ ਕਰ ਰਿਹਾ ਕਿ ਸੁਗੰਧੀ ਵੀ ਨਾਮ ਹੈ, ਸ਼ਰਾਬ ਵੀ ਨਾਮ ਹੈ, ਪਾਣੀ ਵੀ ਨਾਮ ਹੈ, ਭਾਵ ਜਿਹੜੀ ਕਿਹੜੀ ਚੀਜ਼ ਹੈ ਉਹ ਸਭ ਕੁਝ ਉਹਦਾ ਨਾਮ ਹੀ ਹੈ। ਕਿ ਨਾਮ ਤੋਂ ਬਿਨਾਂ ਜੇ ਉਹਦਾ ਨਾਮ ਹੈ ਤੇ ਫਿਰ ਸਾਡੇ ਕੋਲ ਸਭ ਕੁਝ ਹੈ। ਨਾਉ ਨੀਰ ਚੰਗਿਆਈਆਂ ਸਤ ਪਰਮਲ ਧਨਵਾਸ, कि इसे तरह ही उच्चा आचरण है वो भी उहदा नाम है। ते शरीर उत्ते लगाउण दे लई असीं जो सुगंधी वरतदे हां, जिवें अज असीं परफ्यूम वरतदे हां, पातशाह जी आखण लगे कि जिवें ਇਹ ਅਸੀਂ ਸੋਹਣਾ ਲੱਗਣ ਲਈ ਜਾਂ ਅਸੀਂ ਗੰਧ ਤੋਂ ਜਿਹੜਾ ਹੈ ਪਿੱਛਾ ਛਡਾਉਣ ਦੇ ਲਈ ਪਰਫਿਊਮ ਵਰਤਦੇ ਹਾਂ, ਇਸੇ ਤਰ੍ਹਾਂ ਉਹਦਾ ਨਾਮ ਹੀ ਸੁਗੰਧੀ ਹੈ। ਇਹਦੇ ਨਾਲ ਮਾੜੀਆਂ ਜਿਹੜੀਆਂ ਨੇ ਵਿਚਾਰਾਂ ਜਾਂ ਵਿਕਾਰ ਨੇ ਉਹ ਨੇੜੇ ਨਹੀਂ ਟੁਕਦੇ ਹਨ, ਜਦੋਂ ਉਹਦੇ ਨਾਮ ਦੀ ਸੁਗੰਧੀ ਹੈ, ਜਿਹੜੀ ਨਾਮ ਰੂਪ ਸੁਗੰਧੀ ਜਿਹੜੀ ਹੈ ਉਹ ਇਸ ਤਨ ਦੇ ਉੱਤੇ ਜਿਹੜੀ ਉਹ ਲੱਗੀ ਹੋਈ ਹੋਵੇ। ਅਤੇ ਹੋਰ ਕੀ ਕਹਿੰਦੀ ਹੈ, ਦੁੱਖਾਂ ਦੀ ਤੇ ਸੁੱਖਾਂ ਦੀ ਪ੍ਰਾਪਤੀ, ਭਾਵ ਦੁੱਖਾਂ ਦੀ ਨਿਵਰਤੀ, ਦੁੱਖਾਂ ਦੇ ਨਾਸ਼ ਲਈ ਤੇ ਸੁੱਖਾਂ ਦੀ ਪ੍ਰਾਪਤੀ ਲਈ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ। ਦੁੱਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ, ਕਿ ਦੁੱਖ ਵੀ ਉਹਨੂੰ ਦੱਸਣਾ ਚਾਹੀਦਾ ਨਾ ਜਿਹਦੇ ਕੋਲ ਇਹਦਾ ਹੱਲ ਹੈ। ਇਹ ਥੋੜਾ ਕਿ ਜਿਹੜੇ ਵੀ ਡਾਕਟਰ ਹੱਡੀਆਂ ਦਾ ਹੋਵੇ ਤੇ ਅਸੀਂ ਉਹਦੇ ਕੋਲੋਂ ਕੋਈ ਹੋਰ ਦਵਾਈ ਲੈਣ ਚਲੇ ਜਾਈਏ। ਕਹਿਣ ਦਾ ਭਾਵ ਕਿ ਦੁੱਖ ਵੀ ਉਹਨੂੰ ਦੱਸਣਾ ਚਾਹੀਦਾ ਜਿਹਦੇ ਕੋਲ ਇਸ ਦਾ ਇਲਾਜ ਹੈ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੋਲ, ਅਕਾਲ ਪੁਰਖ ਪਰਮੇਸ਼ਰ ਜੀ ਦੇ ਕੋਲ ਹਰ ਇੱਕ ਦੁੱਖ ਦਾ ਇਲਾਜ ਹੈ। ਹਰ ਇੱਕ ਸਾਡੇ ਭਾਵੇਂ ਤਨ ਦਾ ਹੈ, ਭਾਵੇਂ ਸਾਡੇ ਮਨ ਦਾ ਹੈ, ਆਤਮਿਕ ਹੈ, ਭਾਵੇਂ ਇਹ ਸੰਸਾਰੀ, ਸਾਰੇ ਦੁੱਖਾਂ ਦਾ ਇਲਾਜ ਹੈ। ਫਿਰ ਅਸੀਂ ਉਹਦੇ ਕੋਲ ਹੀ ਆਪਣੀ ਅਰਦਾਸ ਅਰਜ਼ੋਈ ਕਰਾਂਗੇ ਤਾਂ ਕਿ ਉਹ ਇਸ ਦਾ ਇਲਾਜ ਜਿਹੜਾ ਹੈ ਦੁੱਖ ਨਾਸ਼ ਕਰਕੇ ਸੁੱਖ ਦੀ ਦਾਤ ਉਹ ਬਖਸ਼ਿਸ਼ ਕਰਦਾ ਹੈ। ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀ ਪ੍ਰਾਣ, ਤਿਸ ਵਿਨ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ। ਹੋਰ ਗੱਲਾਂ ਸਭ ਕੂੜੀਆਂ ਤੁਧ ਪਾਵੈ ਪਰਵਾਣ। ਹੁਣ ਸਤਿਗੁਰੂ ਪਾਤਸ਼ਾਹ ਜੀ ਇੱਥੇ ਦੇਖੋ ਸ਼ਬਦ ਹੋਰ ਗਲਾ, ਹੁਣ ਗਲਾ ਸ਼ਬਦ ਵਰਤਿਆ ਹੈ ਗੁਰਬਾਣੀ ਦੇ ਅੰਦਰ। ਜਿੱਥੇ ਵੀ ਗਲ ਦੀ ਗੱਲ ਆਵੇਗੀ ਜਾਂ ਗੱਲਾਂ ਦੇ ਲਈ ਆਵੇਗੀ ਉਦੋਂ ਸ਼ਬਦ ਇਹ ਲਿਖਿਆ, ਗਲਾ ਹੀ ਲਿਖਿਆ ਮਿਲੇਗਾ। ਇਸ ਕਰਕੇ ਅਸੀਂ ਪ੍ਰਕਰਨ ਦੇ ਹਿਸਾਬ ਨਾਲ ਉਚਾਰਨ ਕਰਨਾ ਹੈ। ਜੇ ਅਸੀਂ ਆਖੀਏ ਕਿ ਹੁਣ ਇਵੇਂ ਹੀ ਅਸੀਂ ਇਹਨੂੰ ਉਚਾਰਨ ਕਰੀਏ ਤੇ ਇਹਦਾ ਅਰਥ ਕੀ ਹੋਏਗਾ, ਹੋਰ ਗਲਾ ਸਭ ਕੂੜੀਆ ਤੁਧ ਭਾਵੈ ਪ੍ਰਵਾਣ, ਕਿ ਜਿਹੜਾ ਭਾਵ ਸਾਰੇ ਗਲੇ ਨੇ ਜਿਹੜੇ ਉਹ ਝੂਠੇ ਨੇ, ਤੁਧ ਭਾਵੈ ਪ੍ਰਵਾਣ, ਕਿ ਜਿਹੜਾ ਤੈਨੂੰ ਪਾਉਂਦਾ ਉਹ ਪ੍ਰਵਾਣ। ਅਸਲ ਦੇ ਵਿੱਚ ਹੈ ਹੋਰ ਗੱਲਾਂ, ਭਾਵ ਜਿਹੜੀਆਂ ਗੱਲਾਂ ਨੇ ਉਹ ਕੂੜੀਆਂ ਨੇ। ਇਹਨੂੰ ਅਸੀਂ ਨਾਸਕੀ ਉਚਾਰਨ ਵੀ ਤੇ ਅਧਕ ਹੈ ਜਿਹੜਾ ਸਾਡੇ ਕੋਲੋਂ ਸਾਨੂੰ ਉਚਾਰਨ ਜਿਹੜਾ ਹੈ ਉਹ ਕਰਨਾ ਪਏਗਾ ਕਿ ਹੋਰ ਗੱਲਾਂ ਨੇ ਜਿਹੜੀਆਂ ਉਹ ਸਾਰੀਆਂ ਹੀ ਨੇ ਉਹ ਤੋਂ ਦੂਰੀ ਬਣਾਉਣ ਵਾਲੀਆਂ ਨੇ। ਕੂੜੀਆਂ ਤੋਂ ਭਾਵ ਝੂਠੀਆਂ ਨੇ, ਭਾਵ ਉਹਦੇ ਨਾਮ ਤੋਂ ਬਿਨਾਂ।
पूरे पदे के अंदर सो क्यों मनो विसारिए। सतगुरु जी आखन लगे कि जिस प्रभु की बख्शी हुई ये जिंद जान है, भाव जाके जी प्राण, कि जिहदा ये जी प्राण भाव जिहदी ये जिंद बख्शी हुई है उस नूं कदे मन तो भुलाउणा नहीं चाहिए। सो क्यों मनो विसारिए, उन्हों विसारना नहीं चाहिए। प्रभु नूं विसारिया जे उस नूं विसार दिता जाए, खाण पहनण दा सारा उद्यम मन नूं होर होर मलीन जिहड़ा है कर दिंदा है। कि जे उन्हों भुला दिता जाएगा फिर सानू खाण ते पहनण दी जिहड़ी है वो सूझी भी नहीं रहेगी कि असीं खाना की है। हुण जिहड़े भुलाउंदे ने ਉਹੀ ਤੇ ਨਸ਼ਿਆਂ ਆਦਿ ਦੇ ਵਿੱਚ ਗੁਲਤਾਨ ਹੁੰਦੇ ਨੇ ਨਾ, ਜਾਂ ਮਾੜੇ ਵਿਚਾਰਾਂ ਨੂੰ ਮਾੜੇ ਪਹਿਰਾਵਿਆਂ ਨੂੰ ਜਿਹੜਾ ਹੈ ਉਹ ਪਹਿਨਦੇ ਨੇ। ਸਤਿਗੁਰੂ ਜੀ ਨੇ ਤੇ ਆਖਿਆ ਕਿ ਸੰਸਾਰ ਦੇ ਵਿੱਚ ਸਾਦੇ ਜੀ ਬਣ ਕੇ ਰਹੋ, ਕਿ ਉਹਦੀ ਯਾਦ ਵਿੱਚ ਟਿਕੇ ਰਹੋ। ਯਾਦ ਉਹਦੀ ਹੋਣੀ ਚਾਹੀਦੀ ਹੈ। ਭੋਜਨ ਵੀ ਤੁਹਾਡਾ ਸਾਦਾ ਹੀ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਜਿਵੇਂ ਹੁਣ ਅੱਗੇ ਸਤਿਗੁਰੂ ਜੀ ਉਹ ਵੀ ਰਹਿਮਤ ਕਰਨਗੇ ਕਿ ऐसा नहीं पहनना चाहिए कि जिहदे नाल जित पैदा तन पीड़ीए मन में चलै विकार। ये भी रहमत करनगे जित खादा तन पीड़ीए मन में चलै विकार, कि ऐसा नहीं खाना चाहिए जिहदे नाल तुसीं बाद च तंग होवो जां समाज तुहाडे तो जिहड़ा है वो तंग होवे। भाव कि हुण इत्थे ਉਹ ही माड़ा खाएगा ना जिन्हों याद नहीं होएगा कि मेरा गुरु की मना करता है। गुरु कदे तो नहीं कहता कि भाई तू नशा कर, माड़ियां चीज़ां खा, वो तो कहना नाम का ही कर। नाम ही जिहड़ा है सब पासे है वो प्रचलित है। हुण पातशाह जी आखन लगे कि खाण ते पहनण दा जिहड़ा उद्यम है, जिहड़ा असीं खांदे हां जां पहनदे हां, जे साडे कोल नाम नहीं है, गुरु की सिक्ख्या नहीं है, तो साडा खाण ते पहनण ਇਹ ਸਾਨੂੰ ਹੋਰ ਪਾਸੇ ਲੈ ਜਾਂਦਾ, ਮਨ ਨੂੰ ਹੋਰ ਮਲੀਨ ਕਰ ਦਿੰਦਾ ਹੈ, ਹੋਰ ਮੈਲ ਇੱਥੇ ਚੜਾ ਦਿੰਦਾ ਹੈ। ਭਾਵ ਜੀ ਉਹਦਾ ਨਾਮ ਨਹੀਂ ਹੈ ਤੇ ਫਿਰ ਅਸੀਂ ਵਿਕਾਰਾਂ ਦੇ ਅਧੀਨ ਹੋ ਕਰਕੇ ਖਾਵਾਂਗੇ ਵੀ ਤੇ ਵਿਕਾਰਾਂ ਦੇ ਅਧੀਨ ਹੋ ਕਰਕੇ ਪਹਿਨਾਂਗੇ ਵੀ। ਭਾਵ ਉਹ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ। ਉਹ ਇਸੇ ਤਰ੍ਹਾਂ ਸਤਿਗੁਰੂ ਜੀ ਆਖ ਰਹੇ ਹਨ ਕਿ ਤਿਸ ਬਿਨ ਸਭ ਅਪਵਿੱਤਰ ਹੈ, ਜੇਤਾ ਪਹਿਨਣ ਖਾਣ। ਤੇ ਹੋਰ ਅੱਗੇ ਆਖਦੇ ਨੇ ਕਿਉਂਕਿ ਹੋਰ ਸਾਰੀਆਂ ਗੱਲਾਂ ਮਨ ਨੂੰ ਨਾਸ਼ਵੰਤ ਸੰਸਾਰ ਦੇ ਮੋਹ ਵਿੱਚ ਫਸਾਉਂਦੀਆਂ ਨੇ। ਹੋਰ ਗੱਲਾਂ ਸਭ ਕੂੜੀਆਂ, ਕਿ ਉਹਦੇ ਨਾਮ ਤੋਂ ਬਿਨਾਂ, ਉਹਦੀ ਸਿਫਤ ਸਲਾਹ ਤੋਂ ਬਿਨਾਂ, ਉਹਦੀ ਰਜ਼ਾ ਤੋਂ ਬਿਨਾਂ ਹੋਰ ਵੀ ਅਸੀਂ ਜੋ ਕੰਮ ਕਰਦੇ ਹਾਂ ਜਾਂ ਗੱਲਾਂ ਕਰਦੇ ਹਾਂ ਜਾਂ ਸੰਗਤ ਕਰਦੇ ਹਾਂ, ਉਹਨਾਂ ਨਾਲ ਸਾਡਾ ਮਨ ਹੈ ਜਿਹੜਾ ਉਹ ਗੁਰੂ ਤੋਂ, ਰੱਬ ਤੋਂ ਦੂਰੀ ਬਣਾਉਂਦਾ ਹੈ, ਦੂਰ ਹੁੰਦਾ ਜਾਂਦਾ ਹੈ, ਫਸਦਾ ਜਾਂਦਾ ਹੈ ਮੋਹ ਦੇ ਵਿੱਚ। कि जे कोई माड़ी संगत विच बैठेगा तो उत्थे हुण रब दे नाम की गल तो होएगी नहीं, उत्थे तो उही गल्लां होणगीआं विकारां आदियां। उहदे नाल की होवेगा, साडा मन उही रंगत फड़ेगा, भाव नाशवंत वाले पासे जाएगा, नाशता दे वल जिहड़ा है वो जावेगा। हे प्रभु उही उद्यम सुचज्जा है जो तेरे नाल प्रीत बनाउंदा है, जो तेरे नाल जोड़दा है। तुद भावै प्रवान, जिहड़ा तेरे दर ते प्रवान होने दे लई चंगा है। जा श्री राग महल पहला। हुण इत्थे ये ना समझ लेना कि प्रिंट जिहड़ी मिस है, इत्थे सतगुरु जी ने औंकड़ लगाया होया है, भाव इक्को ही है। इहदा भाव भी गुरु नानक साहब पातशाह जी की पावन बाणी तो ही है। भाव इहदा उचारण जिहड़ा है वो महल ही होवेगा, जिवें असीं सोहिला साहब की बाणी के अंदर जिहड़ा है उचारण करते हैं। जाल मोह घस मस कर, मत कागद कर सारा। भाओ कलम कर चित लिखारी, गुर पुछ लिख विचार। लिख नाम सालाह लिख, लिख अंत न पारावार।
ਹੁਣ ਇੱਥੇ ਜਾਲ ਮੋਹ ਭਾਵ ਸਾੜ ਕੇ, ਜਾਲ ਮੋਹ, ਘਸ ਮਸ ਕਰ, ਮਸ ਤੋਂ ਭਾਵ ਹੈ ਸਿਆਹੀ। ਸਿਆਹੀ ਹੈ ਤਾਂ ਇਸਤਰੀ ਲਿੰਗ ਹੈ, ਪਰ ਇਹ ਇਹਦਾ ਮੂਲਕ ਹੈ। ਜਦੋਂ ਦੂਸਰੀ ਭਾਸ਼ਾ ਦੇ ਵਿੱਚੋਂ ਕੋਈ ਸ਼ਬਦ ਵੀ ਆਉਂਦਾ ਹੈ ਤੇ ਉਹ ਆਪਣਾ ਮੂਲਕ ਜਿਹੜਾ ਹੈ ਔਂਕੜ ਨਾਲ ਲੈ ਕੇ ਆਉਂਦਾ ਹੈ। ਬਿਖ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਹੈ, ਉਹ ਵੀ ਔਂਕੜ ਆਪਣਾ ਨਾਲ ਲੈ ਕੇ ਆਉਂਦਾ। ਇਸ ਤਰ੍ਹਾਂ ਮਸ ਸ਼ਬਦ ਹੈ, ਇਹ ਹਮੇਸ਼ਾ ਹੈ ਜਿਹੜਾ ਆਪਣਾ ਮੂਲਕ ਔਂਕੜ ਹੈ, ਇਹਦਾ ਹੈ ਇਸਤਰੀ ਲਿੰਗ, ਪਰ ਇਹਦਾ ਇਹ ਮੂਲਕ ਹੈ, ਭਾਵ ਦੂਜੀ ਭਾਸ਼ਾ ਦੇ ਵਿੱਚੋਂ ਜਿਉਂਦਾ ਤਿਉਂ ਆਇਆ, ਇਹਨੇ ਆਪਣਾ ਨਾਲ ਲੈ ਕੇ ਆਉਂਦਾ। ਇਸ ਕਰਕੇ ਇਸ ਨੂੰ ਜਿਹੜਾ ਔਂਕੜ ਹੈ ਉਹ ਉਵੇਂ ਹੀ ਜਿਹੜਾ ਹੈ ਉਹ ਰਹਿੰਦਾ ਹੈ। ਭਾਵ ਅੱਗੇ ਮਤ ਕਾਗਦ ਕਰ ਸਾਰ, ਸਾਰ ਤੋਂ ਭਾਵ ਵਧੀਆ। ਭਾਉ, ਭਾਉ ਤੋਂ ਭਾਵ, ਭਾਉ ਦਾ ਭਾਵ ਪ੍ਰੇਮ ਪਿਆਰ, ਠੀਕ ਹੈ ਜੀ। ਕਰ ਚਿਤ ਲਿਖਾਰੀ ਗੁਰ ਪੁੱਛ ਲਿਖ, ਪਾਰਾਵਾਰ ਤੋਂ ਭਾਵ ਪਾਰਵਾਰ, ਪਾਰਾਵਾਰ। ਸਤਿਗੁਰੂ ਪਾਤਸ਼ਾਹ ਜੀ ਹੁਣ ਸਮਝਾਉਣਾ ਕਰ ਰਹੇ ਨੇ ਕਿ ਇਹ ਭਾਈ ਮਾਇਆ ਦਾ ਮੋਹ ਸਾੜ ਕੇ ਉਸ ਨੂੰ ਘਸਾ ਕੇ ਸ਼ਾਹੀ ਬਣਾ। ਜਾਲ ਮੋਹ ਭਾਵ ਮੋਹ ਨੂੰ ਸਾੜ ਕੇ, ਮਾਇਆ ਦੇ ਮੋਹ ਨੂੰ ਸਾੜ ਕੇ ਘਸ ਮਸ ਕਰ, ਘਸ ਕੇ ਘਸਾ ਕੇ ਮਸ ਕਰ ਸਿਆਹੀ ਬਣਾ ਲੈ। ਤੇ ਹੋਰ ਕੀ ਹੈ, ਮਤ ਕਾਗਦ ਕਰ ਸਾਰ, ਅਤੇ ਆਪਣੀ ਅਕਲ ਨੂੰ ਸੋਹਣਾ ਕਾਗਜ਼ ਬਣਾ। ਜਿਹੜੀ ਤੇਰੀ ਮਤ ਹੈ, ਤੇਰੀ ਅਕਲ ਹੈ, ਇਹਨੂੰ ਜਿਹੜਾ ਹੈ ਇੱਕ ਸੋਹਣਾ ਕਾਗਜ਼ ਹੈ, ਜਿਹੜਾ ਸਾਰ ਤੋਂ ਭਾਵ ਕਿ ਇੱਕ ਸੋਹਣਾ ਜਿਹੜਾ ਹੈ ਕਾਗਜ਼ ਬਣਾਉਣਾ ਕਰ। ਅਤੇ ਹੋਰ ਕੀ ਹੈ, ਭਾਉ ਕਲਮ, ਅਤੇ ਆਪਣੇ ਪ੍ਰੇਮ ਨੂੰ ਹੈ ਜਿਹੜਾ ਉਹ ਕਲਮ ਬਣਾ। ਆਪਣੇ ਪ੍ਰੇਮ ਨੂੰ ਉਹ ਕਲਮ ਬਣਾਉਣਾ ਕਰ। ਅਤੇ ਕੀ ਹੈ, ਕਰ ਚਿੱਤ ਲਿਖਾਰੀ, ਅਤੇ ਆਪਣੇ ਮਨ ਨੂੰ ਲਿਖਾਰੀ ਬਣਾ। ਕਿ ਦੇਖੋ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਸਤਿਗੁਰੂ ਜੀ ਨੇ ਗਿਣਾ ਦਿੱਤੀਆਂ ਨੇ ਕਿ ਆਪਣੇ ਮੋਹ ਨੂੰ ਗੁਰੂ ਦੇ ਹੁਕਮ ਦੇ ਨਾਲ, ਗੁਰੂ ਦੇ ਉਸ ਮਾਲਕ ਦੇ ਨਾਮ ਦੇ ਨਾਲ ਸਾੜ ਦੇ, ਖਤਮ ਕਰ ਦੇ। ਤੇ ਹੋਰ ਕੀ ਕਰ, ਫਿਰ ਆਪਣੇ ਮੋਹ ਨੂੰ ਸਾੜ ਕੇ ਉਹਨੂੰ ਘਸਾ ਲੈ, ਘਸਾ ਕੇ ਤੇ ਫਿਰ ਉਹਨੂੰ ਜਿਹੜਾ ਹੈ ਸਿਆਹੀ ਬਣਾ ਲਾ। ਸਿਆਹੀ ਬਣ ਗਈ ਤੇ ਫਿਰ ਕੀ ਹੋਏਗਾ ਕਿ ਹੁਣ ਲੇਖ ਕਿੱਥੇ ਲਿਖਣਾ ਹੈ, ਆਖਣ ਲੱਗੇ ਹੁਣ ਆਪਣੀ ਮੱਤ ਹੈ ਜਿਹੜੀ, ਉਹਨੂੰ ਇੱਕ ਸੋਹਣਾ ਕਾਗਜ਼ ਬਣਾ ਲਾ। ਕਿ ਕਾਗਜ਼ ਸੋਹਣਾ ਉਹੀ ਹੁੰਦਾ ਨਾ ਜਿਹੜਾ ਸਾਫ਼ ਹੋਵੇ, ਜਿਹਦੇ ਤੇ ਲਿਖਣਾ ਹੋਵੇ। ਇਸ ਕਰਕੇ ਆਪਣੇ ਅੰਦਰ ਜੋ ਵੀ ਵਿਚਾਰ ਹੈ ਪੁਰਾਣੀ ਸਭ ਕੁਝ ਛੱਡ ਦੇ। ਹੁਣ ਗੁਰੂ ਦੇ ਰਾਹੀਂ ਹੈ ਜਿਹੜਾ ਉਹਦਾ ਲੇਖ ਲਿਖਣ ਦੇ ਲਈ, ਉਹਦਾ ਹੁਕਮ, ਉਹਦੀ ਰਜ਼ਾ ਸਮਝਣ ਲਈ ਜਿਹੜਾ ਲੇਖ ਇੱਥੇ ਲਿਖਿਆ ਜਾਣਾ ਇਸ ਮੱਤ ਦੇ ਉੱਤੇ। ਇਸ ਕਰਕੇ ਆਪਣੀ ਮੱਤ ਨੂੰ ਇੱਕ ਕਾਗਜ਼ ਦਾ ਰੂਪ ਬਣਾ ਲਾ ਕਿ ਹੁਣ ਗੁਰੂ ਦੇ ਰਾਹੀਂ ਉਸ ਮਾਲਕ ਨੇ ਜੋ ਵੀ ਲੇਖ ਜਿਹੜਾ ਲਿਖਣਾ ਹੈ, ਭਾਵ ਕਿ ਸਾਡੀ ਮੱਤ ਨੂੰ ਜੋ ਵੀ ਜਿਹੜੀ ਹੈ ਅੱਗੇ ਕੀ ਕਹਿੰਦੇ ਕਿ ਆਪਾਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਨੇ ਸਤਿਗੁਰੂ ਜੀ ਨੇ ਸਾਨੂੰ ਕੁਝ ਗੱਲਾਂ ਜਾਂ ਜੀਵਨ ਦੀਆਂ ਅਟੱਲ ਸੱਚਾਈਆਂ ਸਮਝਾਉਣੀਆਂ ਨੇ, ਜਾਂ ਹੁਕਮ ਜਿਹੜਾ ਹੈ ਸਮਝਾਉਣਾ ਹੈ, ਉਹ ਲਿਖਣਾ ਹੈ। ਇਸ ਕਰਕੇ ਆਪਣੀ ਮੱਤ ਨੂੰ ਕਾਗਜ਼ ਦਾ ਰੂਪ ਬਣਾ ਲੈ। ਤੇ ਹੁਣ ਅੱਗੇ ਕੀ ਹੈ, ਕਲਮ ਹੈ ਕਿ ਜਿਹੜੀ ਕਲਮ ਭਾਵ ਜਿਹੜਾ ਉਹ ਹੁਕਮ ਕਰੇਗਾ ਉਹਦੇ ਨਾਲ ਮੱਤ ਦੇ ਉੱਤੇ ਲੇਖ ਲਿਖਣਾ ਹੈ। ਹੁਣ ਉਹ ਗਲਤ ਵੀ ਨਾ ਹੋ ਜਾਏ ਕਿਤੇ, ਕਿ ਉਸ ਨੂੰ ਪ੍ਰੇਮ ਦਾ ਰੂਪ ਬਣਾ। ਜਿਹੜੀ ਕਲਮ ਹੈ ਜਿਹਨੇ ਇਹ ਲੇਖ ਤੇਰੀ ਮੱਤ ਦੇ ਉੱਤੇ ਲਿਖਣਾ ਹੈ, ਉਹਨੂੰ ਕਲਮ ਬਣਾ ਲੈ। ਤੇ ਕਲਮ ਕਿਹੜੀ ਹੋਵੇ, ਪ੍ਰੇਮ ਦਾ ਰੂਪ ਹੋਵੇ। ਕਿ ਪ੍ਰੇਮ ਦੇ ਨਾਲ ਜਿਹੜੇ ਨੇ ਉਹ ਗੁਰੂ ਦੇ ਸ਼ਬਦ ਨੂੰ, ਉਸ ਮਾਲਕ ਦੀ ਰਜ਼ਾ ਨੂੰ ਤੂੰ ਸਮਝੇ ਤੇ ਪ੍ਰੇਮ ਦੇ ਨਾਲ ਲਿਖੇ। ਤੇ ਲਿਖਣ ਵਾਲਾ ਕੌਣ ਹੋਵੇ, ਕਰ ਚਿੱਤ ਲਿਖਾਰੀ, ਤੇਰਾ ਮਨ ਹੈ ਜਿਹੜਾ ਉਹ ਇਕਾਗਰ ਚਿੱਤ ਹੋ ਕਰਕੇ ਉਸ ਮਾਲਕ ਦੇ ਨਾਮ ਵਿੱਚ ਜੁੜ ਕਰਕੇ ਇਸ ਲੇਖ ਨੂੰ ਜਿਹੜਾ ਹੈ ਲਿਖਣ ਵਾਲਾ ਹੋਵੇ। ਭਾਵ ਪ੍ਰੇਮ ਦੇ ਨਾਲ ਲਿਖੇ, ਕਿੱਥੇ, ਮੱਤ ਦੇ ਉੱਤੇ, ਮੱਤ ਦੇ ਉੱਤੇ ਜਿਹੜਾ ਹੈ ਉਹ ਲਿਖਣਾ ਕਰੇ। ਗੁਰ ਪੁੱਛ ਲਿਖ ਵਿਚਾਰ, ਲਿਖਣਾ ਕੀ ਹੈ, ਸਤਿਗੁਰੂ ਜੀ ਆਖਣ ਲੱਗੇ ਕਿ ਗੁਰੂ ਦੀ ਸਿੱਖਿਆ ਲੈ ਕੇ ਪ੍ਰਮਾਤਮਾ ਦੀ ਗੁਣਾ ਦੀ ਵਿਚਾਰ ਕਰਨੀ ਹੈ ਜਿਹੜੀ, ਉਹ ਲਿਖ। ਕਿ ਗੁਰੂ ਤੋਂ ਪੁੱਛ ਕਿ ਇਸ ਮੱਤ ਦੇ ਉੱਤੇ ਲਿਖਣਾ ਕੀ ਹੈ। ਭਾਵ ਮੱਤ ਦੇ ਉੱਤੇ ਲਿਖਿਆ ਜਿਹੜਾ ਹੁਣ ਸਾਡੀ ਮੱਤ ਦੇ ਉੱਤੇ ਸ਼ੁਰੂ ਤੋਂ ਜਨਮ ਤੋਂ ਲੈ ਕੇ ਲਿਖਿਆ ਹੋਇਆ ਹੈ, ਭਾਵੇਂ ਅਸੀਂ ਸੰਸਾਰ ਦੇ ਵਿੱਚੋਂ ਜਿਹੜਾ ਸਿੱਖਿਆ ਹੈ, ਭਾਵ ਸਾਡਾ ਜੋ ਵੀ ਨਿੱਜੀ ਜੀਵਨ ਹੈ ਹੁਣ ਤੇ, ਜਾਂ ਇੰਜ ਕਹਿ ਲਈ ਬਹੁਤੇ ਕਰਕੇ ਸੰਸਾਰ ਦੇ ਲੇਖ ਨੇ, ਜਾਂ ਸੰਸਾਰ ਦੀ ਮੱਤ ਦੇ ਉੱਤੇ ਵਿਕਾਰਾਂ ਦੇ ਲੇਖ ਲਿਖੇ ਹੋਏ ਨੇ। ਤੇ ਹੁਣ ਇਹ ਉਵੇਂ ਚੱਲਦੇ ਨੇ।
ਤੇ ਹੁਣ ਪਾਤਸ਼ਾਹ ਜੀ ਆਖਣ ਲੱਗੇ ਕਿ ਲਿਖਣਾ ਕੀ ਹੈ? ਗੁਰੂ ਤੋਂ ਪੁੱਛ। ਹੁਣ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛਣਾ ਹੈ ਤੇ ਲੇਖ ਲਿਖਣਾ ਕਿਹੜਾ ਹੈ? ਉਹ ਹੀ ਸਤਿਗੁਰੂ ਪਾਤਸ਼ਾਹ ਜੀ ਜਿਹੜੇ ਹਨ ਆਖ ਰਹੇ ਨੇ ਕਿ ਇਸ ਤਰੀਕੇ ਨਾਲ ਆਪਣੀ ਮਤ ਦੇ ਤੋਂ ਪੁਰਾਣਾ ਸਭ ਕੁਝ ਛੱਡ ਦੇ। ਕਿਉਂਕਿ ਕਈ ਵਾਰ ਹੁੰਦਾ ਹੈ ਨਾ ਸੰਸਾਰ ਦੇ ਅੰਦਰ ਕਿ ਕਈ ਵਾਰ ਕੋਈ ਛੋਟੀ ਉਮਰ ਦਾ ਕਿਸੇ ਵੱਡੇ ਨੂੰ ਆਖੇ ਕਿ ਨਹੀਂ ਜੀ ਆਹ ਗੱਲ ਇੰਜ ਨਹੀਂ ਇੰਜ ਹੈ, ਤੇ ਕਈ ਵਾਰ ਬਜ਼ੁਰਗੀ ਹੈ ਜਾਂ ਵੱਡੀ ਉਮਰ ਹੈ ਉਹ ਵਿਚਾਲੇ ਕੰਧ ਬਣ ਕੇ ਖੜ ਜਾਂਦੀ, ਨਹੀਂ ਨਹੀਂ ਅਜੇ ਤੂੰ ਬੱਚਾ, ਤੈਨੂੰ ਕੀ ਪਤਾ ਇਸ ਗੱਲ ਦਾ। ਕਹਿਣ ਤੋਂ ਭਾਵ ਹੈ ਕਿ ਮੱਤ ਦੇ ਉੱਤੇ ਪਹਿਲਾਂ ਹੈ ਜਿਹੜਾ ਉਹ ਕਿਤੇ ਨਾ ਕਿਤੇ ਬੇਸ ਬਣਿਆ ਹੋਇਆ ਹੈ। ਹਾਂ ਗੱਲ ਵੱਖਰੀ ਹੈ, ਤਜਰਬਾ ਇੱਕ ਵੱਖਰੀ ਚੀਜ਼ ਹੈ, ਪਰ ਕਈ ਵਾਰ ਸਾਨੂੰ ਆਪਣੇ ਤੋਂ ਛੋਟਿਆਂ ਤੋਂ ਵੀ ਸਿੱਖਣਾ ਪੈ ਜਾਂਦਾ ਹੈ, ਕਿਉਂਕਿ ਜੋ ਸਹੀ ਹੈ ਉਹ ਸਹੀ ਹੋਵੇਗਾ। ਪਰ ਕਈ ਵਾਰ ਸਾਡੀ ਮੱਤ ਦੇ ਉੱਤੇ ਇੱਕ ਲੇਖ ਹੁੰਦਾ ਹੈ ਕਿ ਮੈਂ ਬਹੁਤ ਵੱਡਾ, ਮੈਂ ਛੋਟੇ ਨੂੰ ਮੰਨਾਂ ਕਿਉਂ, ਜਾਂ ਕੋਈ ਹੋਰ ਸਮਝਾ ਰਿਹਾ, ਭਾਵੇਂ ਕੋਈ ਦੁਸ਼ਮਣ ਵੀ ਸਮਝਾਉਂਦਾ ਹੋਵੇ, ਉਹ ਵੀ ਜੇ ਕੋਈ ਚੰਗੀ ਗੱਲ ਆਖੇ ਨਾ ਉਹ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ। ਮਾੜਾ ਨਹੀਂ ਉਹਦੇ ਵਿੱਚ, ਇਹ ਨਹੀਂ ਕਿ ਜੇ ਕੋਈ ਮੇਰਾ ਲਾਗ ਡਾਟ ਵਾਲਾ ਹੈ ਤੇ ਜੇ ਉਹ ਕੋਈ ਗੱਲ ਆਖੇ ਮੈਂ ਮੰਨਣੀ ਨਹੀਂ, ਮੈਂ ਤਾਂ ਉਲਟਾ ਕਰੂੰ, ਇੰਜ ਨਹੀਂ ਇੰਜ ਕਰੂੰਗਾ, ਇਹ ਗੁਰੂ ਨਹੀਂ ਸਿਖਾਉਂਦਾ। ਗੁਰੂ ਤਾਂ ਇਹੀ ਆਖਦਾ ਕਿ ਗੁਣਾ ਕਾ ਹੋਵੇ ਵਾਸਲਾ, ਕਿ ਗੁਣਾ ਦੀ ਸਾਂਝ ਕਰ। ਜੇ ਤੈਨੂੰ ਕੋਈ ਚੰਗਾ ਮਿਲਦਾ ਤੇ ਲੈ ਲੈ, ਮਾੜਾ ਮਾੜਾ ਛੱਡ ਦੇ, ਮਾੜਾ ਮਾੜਾ ਰਹਿਣ ਦੇ। ਹੁਣ ਕਿ ਕੋਈ ਜੇਕਰ ਕੋਈ ਸੋਨੇ ਦਾ ਸਿੱਕਾ ਇੱਥੇ ਨਾਲੀ ਦੇ ਵਿੱਚ ਡਿੱਗਾ ਹੋਵੇ ਤੇ ਹੁਣ ਆਪਾਂ ਸਾਰਾ ਗੋਬਰ ਥੋੜਾ ਘਰੇ ਲੈ ਜਾਵਾਂਗੇ, ਭਾਵੇਂ ਜਿਵੇਂ ਮਰਜ਼ੀ ਹੋਵੇ, ਜਿਹਨੂੰ ਥੋੜਾ ਜਿਹਾ ਲਾਲਚ ਹੋਵੇਗਾ ਜਾਂ ਆਖੇਗਾ ਉਹ ਝੱਟ ਆਪਣਾ ਹੱਥ ਪਾਏਗਾ ਤੇ ਇਕੱਲਾ ਸਿੱਕਾ ਕੱਢ ਲਏਗਾ, ਬਾਕੀ ਉੱਥੇ ਰਹਿਣ ਦੇਗਾ ਸਾਰਾ ਕੁਝ। ਕਹਿਣ ਤੋਂ ਭਾਵ ਹੈ ਕਿ ਅਸੀਂ ਸੰਸਾਰ ਦੇ ਵਿੱਚੋਂ ਮਾੜਾ ਮਨੁੱਖ ਵੀ ਹੋਵੇ ਉਹਦੀ ਵੀ ਚੰਗੀ ਆਦਤ, ਚੰਗੇ ਗੁਣ ਹੈ ਜਿਹੜੇ ਉਹ ਧਾਰਨ ਕਰ ਲੈਣੇ ਚਾਹੀਦੇ ਨੇ, ਸਿੱਖ ਲੈਣੇ ਚਾਹੀਦੇ। ਇਸੇ ਤਰ੍ਹਾਂ ਗੁਰੂ ਸਮਝਾਉਂਦਾ ਹੈ, ਪਾਤਸ਼ਾਹ ਜੀ ਇਸੇ ਤਰ੍ਹਾਂ ਆਖ ਰਹੇ ਹਨ ਕਿ ਮਤ ਦੇ ਉੱਤੋਂ ਪੁਰਾਣੇ ਜਿਹੜੇ ਤੇਰੇ ਲੇਖ ਲਿਖੇ ਹੋਏ ਨੇ ਨਾ, ਭਾਵੇਂ ਵਿਕਾਰਾਂ ਦੇ ਨੇ ਭਾਵੇਂ ਕੋਈ ਹੋਰ ਹੈ, ਉਹਨਾਂ ਨੂੰ ਸਾਫ਼ ਕਰ ਦੇ, ਸਾਰੇ ਵਹਿਮ ਭਰਮ ਆਦਿ ਛੱਡ ਦੇ। ਹੁਣ ਗੁਰੂ ਤੋਂ ਪੁੱਛ ਕਿ ਇਹਦੇ ਉੱਤੇ ਲਿਖਣਾ ਕੀ ਹੈ। ਭਾਵ ਜ਼ਿੰਦਗੀ ਅਸੀਂ ਅਗਾਂਹ ਜਿਹੜੇ ਸਮਾਂ ਰਹਿ ਗਿਆ ਸਾਡੇ ਕੋਲ ਜਿੰਨਾ ਵੀ, ਉਹ ਜ਼ਿੰਦਗੀ ਅਸੀਂ ਜਿਉਣੀ ਕਿਵੇਂ ਹੈ, ਉਹ ਗੁਰੂ ਤੋਂ ਪੁੱਛ ਕਰਕੇ ਜਿਹੜਾ ਹੈ ਉਹ ਜਿਉਣਾ ਕਰ। ਅਗਾਂਹ ਰਹਿਮਤ ਕਰ ਰਹੇ ਹਨ, ਲਿਖ ਨਾਮ ਸਾਲਾ ਲਿਖ, ਕਿ ਪ੍ਰਭੂ ਦਾ ਨਾਮ ਲਿਖ, ਪ੍ਰਭੂ ਦੀ ਸਿਫਤ ਸਲਾਹ ਹੈ ਜਿਹੜੀ ਉਹ ਲਿਖ। ਲਿਖ ਅੰਤ ਨਾ ਪਾਰਾਵਾਰ, ਕਿ ਇਹ ਲਿਖ ਕੇ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਅੰਤ ਨਾ ਪਾਰਾਵਾਰ, ਪਾਰਲਾ ਤੇ ਉਰਲਾ ਬੰਨਾ ਨਹੀਂ ਲੱਭ ਸਕਦਾ ਹੈ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਰਹਾਉ। ਹੁਣ ਪਾਤਸ਼ਾਹ ਜੀ ਆਖਣ ਲੱਗੇ ਕਿ ਬਾਬਾ ਭਾਵ ਹੈ ਭਾਈ, ਇਹ ਲੇਖਾ ਲਿਖਣ ਦੀ ਜਾਚ ਸਿੱਖ। ਇਹ ਲੇਖਾ ਹੁਣ ਇਹਨੂੰ ਇਹੋ ਨਹੀਂ ਪੜਾਂਗੇ ਅਸੀਂ, ਕਿਉਂਕਿ ਇੱਥੇ ਇੱਕ ਵਚਨ ਦੀ ਗੱਲ ਹੋ ਰਹੀ ਹੈ, ਲੇਖੇ ਦੀ ਗੱਲ ਹੋ ਰਹੀ। ਲੇਖਾ ਇੱਕ ਹੀ ਹੈ ਜੋ ਪਿੱਛੇ ਹੁਣ ਸਤਿਗੁਰੂ ਜੀ ਨੇ ਦੱਸਿਆ ਹੈ ਕਿ ਇਹ ਲੇਖਾ ਲਿਖਣ ਦੀ ਜਾਚ ਸਿੱਖ। ਭਾਵ ਕਿ ਨਵੇਂ ਜੀਵਨ ਦੀ ਜਿਹੜੀ ਹੈ ਤੂੰ ਆਰੰਭਤਾ ਕਰਨੀ ਹੈ, ਇਹਦੇ ਬਾਰੇ ਗੁਰੂ ਤੋਂ ਸਿੱਖ, ਗੁਰੂ ਤੋਂ ਪੁੱਛ ਕੇ ਤੂੰ ਜੀਵਨ ਜਿਉਣਾ ਕਿਵੇਂ। ਆਪਣੇ ਤਰੀਕੇ ਦੇ ਨਾ ਕਿ ਮਨ ਦੇ ਪਿੱਛੇ ਲੱਗ ਕਰਕੇ ਨਾ ਕਰੀ ਜਾ। ਕਿ ਬਹੁਤੀ ਵਾਰ ਸੰਸਾਰ ਦੇ ਅੰਦਰ ਹੁੰਦਾ ਹੈ ਨਾ ਕਿ ਸਮਾਜ ਦੇ ਵਿੱਚ ਸੋਹਣੇ ਲੱਗਣ ਦੇ ਲਈ ਅਸੀਂ ਕਈ ਵਾਰ ਆਪਣੇ ਸਰੀਰ ਦੇ ਨਾਲ ਵੀ ਹੈ ਕਿ ਉਹ ਛੇੜਛਾੜ ਕਰਦੇ ਆ। ਕਿ ਮੰਨ ਲਓ ਹੁਣ ਮੇਰੀ ਦਾੜੀ ਦੇ ਵਿੱਚ ਵਾਲ ਚਿੱਟੇ ਆ ਜਾਣ, ਨਹੀਂ ਨਹੀਂ ਅਜੇ ਤਾਂ ਮੇਰੀ ਉਮਰ ਹੀ ਕੀ ਹੋਈ ਹੈ, ਮੈਂ ਕਾਲੇ ਕਰ ਲਵਾਂ। ਕੀ ਗੱਲ ਭਾਈ, ਜਾਂ ਤਾਂ ਤੇਰੀ ਆਪਣੇ ਖਾਣ ਪੀਣ ਦੇ ਵਿੱਚ ਕਮੀ ਹੈ, ਤੇ ਜਾਂ ਤੂੰ ਇਹ ਪ੍ਰਵਾਨ ਨਹੀਂ ਕਰਨਾ ਚਾਹੁੰਦਾ ਕਿ ਮੇਰਾ ਸਮਾਂ ਕਾਫੀ ਬੀਤ ਗਿਆ ਹੈ, ਵੀ ਮੇਰੇ ਹੁਣ ਚਿੱਟੇ ਵੀ ਆਉਣ ਲੱਗ ਪਏ, ਹੁਣ ਤਾਂ ਮੈਂ ਰੱਬ ਦੇ ਨਾਮ ਦੇ ਨਾਲ ਜੁੜ ਜਾ। ਕਹਿਣ ਤੋਂ ਭਾਵ ਹੈ ਕਿ ਸੱਚਾਈ ਨੂੰ ਪ੍ਰਵਾਨ ਨਾ ਕਰਨਾ, ਵੀ ਜੋ ਉਸ ਮਾਲਕ ਨੇ ਬਖਸ਼ਿਆ ਹੈ ਉਹਨੂੰ ਜਿਉਂਦਾ ਤਿਉਂ ਪ੍ਰਵਾਨ ਕਰ। ਇਹ ਨਹੀਂ ਕਿ ਸੰਸਾਰ ਦੀ ਵਡਿਆਈ ਦੇ ਲਈ
ਹੁਣ ਮੇਰੇ ਵਰਗਾ ਕੋਈ 80 ਸਾਲ ਦਾ ਹੋਏ, ਭਾਵੇਂ ਹੈ ਤਾਂ ਨਹੀਂ, ਤੇ ਉਹ ਅਜੇ ਵੀ ਆਖੇ ਕਿ ਮੈਂ ਹੁਣ ਜਵਾਨ ਬਣ ਜਾ, ਵੀ ਮੇਰਾ ਮਾਲ ਮੇਰੇ ਚਿੱਟੇ ਹੋ ਗਏ, ਮੈਂ ਕਾਲੇ ਕਰਕੇ ਸਮਾਜ ਦੇ ਵਿੱਚ ਜਾਵਾਂ, ਤੇ ਉਹ ਆਪਣੇ ਆਪ ਦੀ ਸੈਟੀਸਫੈਕਸ਼ਨ ਤਾਂ ਹੋ ਸਕਦੀ ਕਿ ਹਾਂ ਬਈ ਮੈਂ ਅਜੇ ਜਵਾਨ ਹੈ, ਪਰ ਲੋਕ ਜਿਹੜੇ ਲੋਕ ਹੁੰਦੇ ਨੇ ਨਾ ਸਿਆਣੇ ਲੋਕ, ਉਹ ਦੇਖ ਲੈਂਦੇ ਕਿ 80 ਸਾਲ ਦਾ ਬੁੱਢਾ ਅਜੇ ਵੀ ਦਾੜੀ ਕਾਲੀ ਕਰ ਕਰਕੇ ਤੁਰਦਾ, ਜਵਾਨ ਬਣਦਾ। ਕਹਿਣ ਤੋਂ ਭਾਵ ਹੈ ਕਿ ਅਸੀਂ ਸੰਸਾਰਿਕ ਵਡਿਆਈ ਹਾਸਲ ਕਰਨ ਦੇ ਵਿੱਚ ਆਪਣੇ ਇਸ ਸਰੀਰ ਦੇ ਨਾਲ ਵੀ ਜਿਹੜਾ ਹੈ ਉਹ ਛੇੜਛਾੜ ਕਰਦੇ ਆ। ਭਾਵ ਜਿਉਂ ਵਡਿਆਈ ਹੈ ਜਿਹੜਾ ਉਹਨੇ ਦਿੱਤਾ ਹੈ, ਉਹ ਜਿਹੜਾ ਪ੍ਰਵਾਨ ਕਰ ਉਸ ਚੀਜ਼ ਨੂੰ। ਭਾਵ ਤੂੰ ਅਜੇ ਵੀ ਸੰਸਾਰ ਦੇ ਵਿੱਚੋਂ ਵਡਿਆਈ ਲੋਚਦਾ ਹੈ ਕਿ ਸੰਸਾਰ ਮੈਨੂੰ ਮਾੜਾ ਨਾ ਆਖੇ। ਇਹਦਾ ਇੱਕ ਭਾਵ ਨਹੀਂ, ਕਈ ਭਾਵ ਨੇ। ਕੋਈ ਵੀ ਹੋ ਸਕਦਾ, ਬੀਬੀਆਂ ਵੀ ਹੋ ਸਕਦੇ ਨੇ, ਬੰਦੇ ਵੀ ਹੋ ਸਕਦੇ, ਕੋਈ ਵੀ ਹੋ ਸਕਦਾ, ਸਾਰੇ ਹੋ ਸਕਦੇ ਨੇ। ਇਸ ਕਰਕੇ ਉਸ ਮਾਲਕ ਨੇ ਜੋ ਬਖਸ਼ਿਆ ਹੈ ਉਹੀ ਪ੍ਰਵਾਨ ਕਰਨਾ ਚਾਹੀਦਾ ਹੈ। ਸਤਿਗੁਰੂ ਜੀ ਇਸੇ ਤਰ੍ਹਾਂ ਆਖਦੇ ਨੇ ਕਿ ਜਿਹੜਾ ਲੇਖਾ ਹੈ ਨਾ, ਭਾਵ ਜਿਹੜੀ ਤੇਰੀ ਜ਼ਿੰਦਗੀ ਦੀ ਰੌਂ ਹੈ, ਜ਼ਿੰਦਗੀ ਜਿਉਣੀ ਹੈ, ਉਹ ਗੁਰੂ ਤੋਂ ਸਿੱਖ ਉਹਦੀ ਜਾਚ। ਇਹ ਲੇਖਾ ਗੁਰੂ ਤੋਂ ਪੁੱਛ ਕੇ ਲਿਖਣਾ ਕਿਵੇਂ, ਭਾਵ ਕਿ ਅੱਗੇ ਤੇਰੀ ਲੇਖ ਚੱਲਣ ਕਿਵੇਂ, ਤੂੰ ਜੀਵਨ ਕਿਵੇਂ ਜਿਉਣਾ। ਸੀ ਕਹਿੰਦੇ ਕਿ ਜਿਵੇਂ ਲੇਖ ਲਿਖੇ ਉਵੇਂ ਅਸੀਂ ਜਿਉ ਰਹੇ ਹਾਂ। ਹੁਣ ਲੇਖ ਗੁਰੂ ਨੇ ਲਿਖੇ ਹੋਏ, ਗੁਰੂ ਤੋਂ ਪੁੱਛੋ ਸਾਡੇ ਲੇਖ ਕੀ ਹੈ। ਉਹ ਲੇਖ ਹੈ ਜਿਹੜੇ ਅਸੀਂ ਆਪਣੇ ਮਨ ਨਾਲ ਲਿਖਦੇ ਹਾਂ ਕਿ ਹੁਣ ਅੱਜ ਮੈਂ ਆਹ ਕਰਨਾ ਹੈ, ਆਹ ਨਹੀਂ ਕਰਨਾ ਹੈ। ਪਰ ਜਦੋਂ ਗੁਰੂ ਲੇਖ ਲਿਖੇਗਾ ਜਾਂ ਗੁਰੂ ਦੇ ਲਿਖੇ ਹੋਏ ਲੇਖ ਅਸੀਂ ਮੰਨਾਂਗੇ ਜਾਂ ਪ੍ਰਵਾਨ ਕਰਾਂਗੇ, ਉਦੋਂ ਸਾਡਾ ਜੀਵਨ ਕੁਝ ਹੋਰ ਹੋਏਗਾ। ਫਿਰ ਸਾਡਾ ਕੀ ਹੋ ਜਾਏਗਾ? ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਉਹ ਫਿਰ ਸੰਸਾਰ ਹੈ, ਸ਼ੁਰੂ ਦੇ ਵਿੱਚ ਜ਼ਰੂਰ ਕਹਿੰਦਾ, ਜੇ ਕੋਈ ਬੰਦਾ ਬਦਲ ਜਾਏ ਨਾ, ਫਿਰ ਸ਼ੁਰੂ ਦੇ ਵਿੱਚ ਸੰਸਾਰ ਜ਼ਰੂਰ ਕਹਿੰਦਾ ਕਿ ਦੱਸ ਯਾਰ ਪਹਿਲਾਂ ਤੂੰ ਇੱਦਾਂ ਕਰਦਾ ਸੀ, ਹੁਣ ਅੱਜ ਇੱਦਾਂ ਹੋ ਗਿਆ। ਉਹ ਥੋੜ੍ਹੇ ਕੁ ਸਮੇਂ ਬਾਅਦ ਉਹ ਫਿਰ ਉਹ ਜਦੋਂ ਪ੍ਰਵਾਹ ਨਹੀਂ ਨਾ ਕਰਦਾ ਕਿ ਸੰਸਾਰ ਚੰਗਾ ਆਖੇ ਜਾਂ ਮਾੜਾ ਹੋਵੇ, ਕੋਈ ਨਹੀਂ ਪ੍ਰਵਾਹ ਕਰਦਾ ਕਿ ਮੈਨੂੰ ਨਹੀਂ ਪ੍ਰਵਾਹ, ਮੈਂ ਆਪਣੇ ਗੁਰੂ ਦੇ ਅੱਗੇ ਸੱਚਾ ਹੋਣਾ। ਫਿਰ ਥੋੜ੍ਹੇ ਕੁ ਸਮੇਂ ਬਾਅਦ ਉਹਦੇ ਜੀਵਨ ਦੀ ਰੌਂ ਬਦਲ ਜਾਂਦੀ ਹੈ। ਉਹ ਫਿਰ ਆਪਣੇ ਰਸਤੇ ਦੇ ਉੱਤੇ ਬਿਲਕੁਲ ਨਿਡਰ ਹੋ ਕੇ ਤੁਰਦਾ ਹੈ ਵੀ ਮੈਂ ਗੁਰੂ ਅੱਗੇ ਸੱਚੇ ਹੋਣਾ, ਸੰਸਾਰ ਜੋ ਮਰਜ਼ੀ ਆਖੀ ਜਾਏ। ਭਾਵ ਉਹਦੇ ਜੀਵਨ ਦੀ ਰੌਂ ਬਦਲ ਜਾਂਦੀ। ਉਹ ਫਿਰ ਬੇਪਰਵਾਹ ਹੋ ਕਰਕੇ ਜੀਵਨ ਜਿਹੜਾ ਬਿਤਾਉਂਦਾ। ਜਿਵੇਂ ਆਖਦੇ ਨਾ ਕਿ ਹਾਥੀ ਚੱਲਦੇ ਰਹਿੰਦੇ ਆ ਤੇ ਕੁੱਤੇ ਭੌਂਕਦੇ ਰਹਿੰਦੇ ਆ। ਹੁਣ ਇਹ ਨਾ ਸਮਝ ਲੈਣਾ ਕਿ ਸਾਰਾ ਸੰਸਾਰ ਕੁੱਤਾ ਹੀ ਹੈ। ਭਾਵ ਇੱਕ ਜਿਹੜਾ ਹੈ ਉਹ ਮੁਹਾਵਰਾ ਹੈ ਕਿ ਜਿਹੜੇ ਸਹੀ ਬੰਦੇ ਹੁੰਦੇ ਉਹ ਕਦੇ ਆਪਣਾ ਦੁਨੀਆ ਦੇ ਕਰਕੇ ਰਸਤਾ ਨਹੀਂ ਛੱਡਦੇ, ਉਹ ਤੁਰਦੇ ਰਹਿੰਦੇ ਆ। ਕੋਈ ਗੱਲ ਨਹੀਂ, ਦੁਨੀਆ ਕਹੀ ਜਾਂਦੀ ਜੋ ਮਰਜ਼ੀ ਕਹੀ ਜਾਵੇ, ਅਸੀਂ ਆਪਣਾ ਰਸਤਾ ਨਹੀਂ ਛੱਡਣਾ। ਦੁਨੀਆ ਨੇ ਕੁਝ ਨਹੀਂ ਦੇਣਾ ਸਾਨੂੰ। ਜੇ ਅੱਜ ਕਹਿ ਰਹੇ ਨੇ ਕਿ ਅੱਜ ਇਸ ਤਰ੍ਹਾਂ ਹੈ ਤੇ ਕੱਲ ਨੂੰ ਉਹੀ ਦੂਜੇ ਪਾਸੇ ਹੋ ਜਾਣਗੇ। ਜੇ ਦੋ ਮਾੜੇ ਆਖ ਰਹੇ ਆ ਤੇ ਚਾਰ ਚੰਗਾ ਆਖਣ ਵਾਲੇ ਵੀ ਹੋਣਗੇ। ਇਸ ਕਰਕੇ ਸਾਨੂੰ ਹਮੇਸ਼ਾ ਆਪਣੇ ਗੁਰੂ ਦੇ ਅੱਗੇ, ਉਸ ਮਾਲਕ ਦੇ ਅੱਗੇ ਸੱਚੇ ਹੋਣਾ ਕਿ ਦੇਖ ਪਾਤਸ਼ਾਹ ਜੀ ਮੈਂ ਤੁਹਾਡਾ ਹਾਂ, ਤੁਹਾਡੇ ਦਿੱਤੇ ਰਸਤੇ ਤੇ ਚੱਲਣਾ ਹੈ। ਫਿਰ ਆਖਦੇ ਨੇ ਕਿ ਇਹ ਲੇਖਾ ਲਿਖਣ ਦੀ ਜਾਚ ਸਿੱਖ, ਜਿਸ ਥਾਂ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ। ਕਰਮੀ ਆਪੋ ਆਪਣੀ, ਕਰਮੀ ਕਰਮੀ ਹੋਏ ਵਿਚਾਰ। ਕਿ ਇਹ ਉੱਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ। ਭਾਵ ਉੱਥੇ ਫਿਰ ਪਤਾ ਲੱਗਦਾ ਹੈ ਕਿ ਇਹ ਜੀਵਨ ਅਸੀਂ ਕਿਵੇਂ ਬਿਤਾਇਆ ਹੈ। ਜਿੱਥੇ ਮਿਲੇ ਵਡਿਆਈਆਂ, ਸਦ ਖੁਸ਼ੀਆਂ ਸਦ ਚਾਓ। ਤਿੰਨ ਮੁਖ ਟਿੱਕੇ ਨਿਕਲੇ, ਜਿਨ ਮਨ ਸੱਚਾ ਨਾਉ। ਕਰਮ ਮਿਲੈ ਤਾਂ ਪਾਈਐ, ਨਾਹੀ ਗੱਲੀ ਵਾਓ ਦੁਆਓ। ਹੁਣ ਸਤਿਗੁਰੂ ਪਾਤਸ਼ਾਹ ਜੀ ਅਗਾਂਹ ਰਹਿਮਤ ਕਰ ਰਹੇ ਹਨ ਕਿ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪ੍ਰਭੂ ਦਾ ਸੱਚਾ ਨਾਮ ਵਸਦਾ ਹੈ ਤੇ ਲੇਖਾ ਮੰਗਣ ਵਾਲੀ ਥਾਂ, ਭਾਵ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਮੂੰਹ ਉੱਤੇ ਜਿਹੜੇ ਨੇ ਨਿਸ਼ਾਨ ਪੈਂਦੇ ਨੇ, ਟਿੱਕਾ ਲੱਗਦਾ ਹੈ। ਭਾਵ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਨੇ, ਉਹਨਾਂ ਨੂੰ ਸਦਾ ਦੀਆਂ ਖੁਸ਼ੀਆਂ ਤੇ ਆਤਮਿਕ ਹੁਲਾਰੇ ਸਦ ਖੁਸ਼ੀਆਂ
ਚਾਓ ਤੇ ਨਾਲ ਜਿਹੜਾ ਹੈ ਆਤਮਿਕ ਹੁਲਾਰੇ ਭਾਵ ਅੰਦਰ ਦਾ ਚਾਹ ਹੈ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮਿਹਰ ਨਾਲ ਹੀ ਜਿਹੜਾ ਮਿਲਦਾ ਹੈ, ਐਵੇਂ ਹਵਾਈ ਫਜ਼ੂਲ ਦੀਆਂ ਗੱਲਾਂ ਨਾਲ ਨਹੀਂ ਮਿਲਦਾ। ਨਾ ਹੀ ਗੱਲੀ ਵਾਉਦੋਂ, ਇੱਥੇ ਹੁਣ ਕੀ ਲਿਖਿਆ ਹੈ ਗਲੀ, ਹੁਣ ਇੱਥੇ ਗਲੀ ਉਚਾਰਨ ਕਰਾਂਗੇ, ਗਲੀ ਦਾ ਅਰਥ ਕੀ ਹੋਏਗਾ? ਕੋਈ ਰਸਤਾ ਹੁੰਦਾ ਛੋਟਾ ਜਿਹਾ ਰਸਤਾ, ਪਰ ਜਦੋਂ ਅਸੀਂ ਇਹਨੂੰ ਗੱਲੀ ਪੜਾਂਗੇ ਭਾਵ ਕਿ ਗੱਲੀ ਵਾਓ ਤੋਂ ਕਿ ਆਲੇ ਦੁਆਲੇ ਦੀਆਂ ਗੱਲਾਂ ਕਰਨ ਦੇ ਨਾਲ ਉਹਦੀ ਮਿਹਰ ਨਹੀਂ ਹੁੰਦੀ। ਉਹਦੀ ਮਿਹਰ ਉਦੋਂ ਹੀ ਹੁੰਦੀ ਹੈ ਜਦੋਂ ਉਹਦੇ ਹੁਕਮ ਵਿੱਚ ਹੋਣ ਦਾ ਉਦਮ ਕਰੀਏ, ਜਦੋਂ ਉਹਦੇ ਹੁਕਮ ਵਿੱਚ ਹੋਣ ਦੀ ਜਿਹੜੀ ਮਨ ਦੇ ਵਿੱਚ ਤਾਂਘ ਹੋਵੇ। ਇੱਕ ਆਵਹਿ ਇੱਕ ਜਾਹੇ ਉਠ ਰੱਖੀਐ ਨਾਮ ਸਲਾਰ। ਇੱਕ ਆਵਹਿ ਬਹੁਵਚਨ ਹੈ, ਏੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ, ਬਹੁਵਚਨ ਦੇ ਵਿੱਚ ਕਈਆਂ ਦੀ ਗੱਲ। ਜਾਹੇ ਉਠ ਰੱਖੀਐ ਨਾਮ ਸਲਾਰ, ਨਾਵਨੀ ਨਾਮ ਹੈ। ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ। ਦਰਬਾਰ ਸ਼ਬਦ ਵੀ ਹੈ, ਦਰਬਾਰ ਸ਼ਬਦ ਵੀ ਹੈ, ਦੋਵੇਂ ਸ਼ਬਦ ਹੀ ਹਨ ਜਿਹੜੇ ਉਹ ਗੁਰਬਾਣੀ ਦੇ ਵਿੱਚ ਆਉਂਦੇ ਨੇ। ਅਰਥ ਦੋਵਾਂ ਦਾ ਇੱਕੋ ਹੀ ਹੈ। ਅੱਗੇ ਗਿਆ ਜਾਣੀਐ ਵਿਨ ਨਾਵੇਂ ਵੇਕਾਰ। ਪਾਤਸ਼ਾਹ ਜੀ ਆਖਣ ਲੱਗੇ ਸੰਸਾਰ ਵਿੱਚ ਬੇਅੰਤ ਜੀਵ ਆਉਂਦੇ ਨੇ, ਇੱਕ ਆਵਹਿ ਇੱਕ ਜਾਹੇ ਉਠ, ਤੇ ਆਪਣਾ ਜੀਵਨ ਦਾ ਸਫ਼ਰ ਖਤਮ ਕਰਕੇ ਮੁਕਾ ਕੇ ਇੱਥੋਂ ਚਲੇ ਜਾਂਦੇ ਨੇ, ਕੂਚ ਕਰ ਜਾਂਦੇ ਹਨ। ਅਤੇ ਕਈਆਂ ਦੇ ਸਰਦਾਰ ਆਦਿਕ ਵੱਡੇ ਵੱਡੇ ਨਾਮ ਰੱਖੀ ਦੇ, ਕਈਆਂ ਦੇ ਹੁਣ ਬਹੁਤ ਵੱਡੇ ਵੱਡੇ ਨਾਮ ਨੇ, ਕੋਈ ਬਾਦਸ਼ਾਹ ਹੈ, ਕੋਈ ਰਾਜਾ ਹੈ, ਕੋਈ ਕੁਝ ਹੈ, ਕੋਈ ਰੱਖੀਆਂ ਨਾਮ ਸਲਾਰ। ਸਲਾਰ ਤੋਂ ਭਾਵ ਸਰਦਾਰ। ਕਿ ਕਈ ਜਗਤ ਵਿੱਚ ਮੰਗਤੇ ਹੀ ਜੰਮੇ ਨੇ। ਇੱਕ ਉਪਾਏ, ਉਪਾਏ ਤੋਂ ਭਾਵ ਪੈਦਾ ਕੀਤੇ, ਭਾਵ ਜੰਮੇ ਨੇ ਜਿਹੜੇ ਉਹ ਮੰਗਤੇ ਨੇ। ਤੇ ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਨੇ, ਕਈ ਜਿਹੜੇ ਨੇ ਉਹ ਦਰਬਾਰੀ ਹੋ ਨਿਬੜਦੇ ਨੇ। ਪਰ ਦਰਬਾਰਾਂ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣ, ਪਾਤਸ਼ਾਹ ਜੀ ਆਖਣ ਲੱਗੇ ਕੋਈ ਵੀ ਹੋਵੇ, ਵੱਡਾ ਹੋਵੇ ਛੋਟਾ ਹੋਵੇ, ਜੀਵਨ ਸਫਰ ਮੁਕਾਇਆ ਸਮਝ ਆਉਂਦੀ ਹੈ ਕਿ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਇਹ ਜੀਵਨ ਜਿਹੜਾ ਹੈ ਉਹ ਸਾਰਾ ਵਿਅਰਥ ਹੀ ਹੈ। ਭਾਵੇਂ ਕੋਈ ਵੱਡਾ ਹੈ, ਭਾਵੇਂ ਕੋਈ ਛੋਟਾ ਹੈ, ਭਾਵੇਂ ਕੋਈ ਦਰਬਾਰ ਲਾਉਂਦਾ ਹੈ, ਇੱਕ ਨਾ ਵੱਡੇ ਦਰਬਾਰ, ਭਾਵੇਂ ਵੱਡੇ ਦਰਬਾਰੀ ਰਾਜੇ ਹੋਣ ਤੇ ਭਾਵੇਂ ਭੀਖ ਮੰਗਣ ਵਾਲੇ ਹੋਣ, ਗੱਲ ਹੈ ਉਹਦੇ ਨਾਮ ਨੂੰ ਕਮਾਇਆ ਹੈ ਕਿ ਨਹੀਂ ਕਮਾਇਆ ਹੈ। ਭੈ ਤੇਰੇ ਡਰ ਅਗਲਾ ਖਪ ਖਪ ਛਿਜੈ ਦੇ। ਨਾਮ ਜਿਨ੍ਹਾਂ ਸੁਲਤਾਨ ਖਾਨ ਹੁੰਦੇ ਡਿਠੇ ਖੇ। ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਦੋ ਵਾਰ ਸਤਿਗੁਰੂ ਜੀ ਨੇ ਨਾਭ ਸ਼ਬਦ ਵਰਤਿਆ ਹੈ। ਨਾਭ, ਨਾਭ ਦਾ ਉਚਾਰਨ ਅਸੀਂ ਕੀ ਕਰਾਂਗੇ? ਗੱਲ ਨਾਮ ਦੀ ਹੋ ਰਹੀ ਹੈ ਪਿੱਛੇ ਵੀ ਤੇ ਹੁਣ ਵੀ। ਨਾਮ ਭਾਵ ਨਾਮ, ਜੇ ਨਾਮ ਉਚਾਰਨ ਕਰਾਂਗੇ ਫਿਰ ਇਹਦਾ ਅਰਥ ਬੇੜੀ ਹੋ ਜਾਏਗਾ। ਪਾਤਸ਼ਾਹ ਜੀ ਆਖਣ ਲੱਗੇ ਕਿ ਹੇ ਨਾਨਕ ਆਖ ਹੇ ਪ੍ਰਭੂ ਤੈਥੋਂ ਦੂਰ ਦੂਰ ਰਿਹਾ, ਸੰਸਾਰ ਦਾ ਤੌਖਲਾ ਬਹੁਤ ਵਿਆਪਦਾ ਹੈ। ਭਾਵ ਸੰਸਾਰ ਦਾ ਜਿਹੜਾ ਹੈ ਉਹ ਇੱਕ ਭਰਮ ਰੂਪ ਤੌਖਲਾ ਹੈ ਜਿਹੜਾ ਉਹ ਬੜਾ ਤੰਗ ਕਰਦਾ ਹੈ। ਇਸ ਤੌਖਲੇ ਵਿੱਚ ਭਾਵ ਖਿੱਚ ਖਿੱਚ ਕੇ ਸਰੀਰ ਵੀ ਜਿਹੜਾ ਢਹਿੰਦਾ ਜਾਂਦਾ ਹੈ, ਸਰੀਰ ਵੀ ਜਿਹੜਾ ਉਹ ਨਾਸ਼ਤਾ ਦੇ ਵੱਲ ਹੁੰਦਾ ਰਹਿੰਦਾ ਹੈ। ਤੌਖਲੇ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਨਾਮ ਤੋਂ ਬਿਨਾਂ, ਭਾਵ ਤੇਰੀ ਯਾਦ ਤੋਂ ਬਿਨਾਂ ਮਾਇਆ ਦਾ ਵੀ ਕੀ ਮਾਣ ਹੈ, ਕਿ ਮਾਇਆ ਦਾ ਵੀ ਅਸੀਂ ਕੀ ਮਾਣ ਕਰੀਏ ਜੇ ਤੇਰਾ ਨਾਮ ਨਹੀਂ ਹੈ। ਜਿਨ੍ਹਾਂ ਦੇ ਨਾਮ ਖਾਨ ਸੁਲਤਾਨ ਕਰਕੇ ਵੱਜਦੇ ਨੇ, ਕਿ ਪੁਰਾਣੇ ਸਮੇਂ ਦੇ ਅੰਦਰ ਬਹੁਤੇ ਸੁਲਤਾਨ ਖਾਨ ਸਨ ਆਦਿ,
ਭਾਵ ਅੱਜ ਦੇ ਸਮੇਂ ਦੇ ਅੰਦਰ ਵੀ ਜਿਹੜੇ ਆਪਣੇ ਆਪ ਨੂੰ ਬੜੇ ਜ਼ਿਆਦਾ ਪਾਵਰ ਵਾਲੇ ਦਰਬਾਰੇ ਸਰਕਾਰੇ ਚੱਲਣ ਵਾਲੀ ਹੈ, ਭਾਵ ਸਭ ਇੱਥੇ ਹੀ ਮਿੱਟੀ ਵਿੱਚ ਮਿਲ ਜਾਂਦੇ ਨੇ। ਕੋਈ ਵੀ ਹੋਵੇ ਉਹ ਮਿੱਟੀ ਵਿੱਚ ਮਿਲ ਜਾਂਦੇ ਨੇ। ਤੇ ਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਪਿਆਰ ਜਿਹੜੇ ਹਨ ਉਹ ਮੁੱਕ ਜਾਂਦੇ ਨੇ। ਭਾਵ ਕਿ ਅੰਤ ਨੂੰ ਨਾਲ ਜਿਹੜਾ ਹੈ ਉਹ ਕੁਝ ਵੀ ਨਹੀਂ ਨਿਭਦਾ ਹੈ। ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਜੋ ਵੀ ਵਿਕਾਰਾਂ ਦੇ ਅਧੀਨੋਂ ਕਰਕੇ ਕਮਾਇਆ ਉਹ ਸਾਰਾ ਕੁਝ ਇੱਥੇ ਰਹਿ ਜਾਂਦਾ ਹੈ। ਭਾਵ ਕੋਈ ਵੀ ਹੋਵੇ, ਖੱਪ ਖੱਪ ਛਿਜੈ ਦੇ ਭੈ ਤੇਰਾ ਡਰ ਅਗਲਾ। ਭਾਵ ਕਿ ਅਗਲਾ ਜਿਹੜਾ ਡਰ ਹੈ, ਭਾਵ ਕਿ ਆਉਣ ਵਾਲੇ ਸਮੇਂ ਦਾ ਜਿਹੜਾ ਤੌਖਲਾ ਹੈ ਉਹ ਜਿਹੜਾ ਹੈ ਤੰਗ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ। ਇੱਥੇ ਅਖੀਰ ਤੇ ਅੰਕ 2 ਡੰਡੀਆਂ 4 ਫਿਰ 2 ਡੰਡੀਆਂ 6। ਭਾਵ ਇਹ ਹੁਣ 6 ਸ਼ਬਦ ਹਨ ਜਿਹੜੇ ਇਹ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਇੱਥੇ ਸੰਪੂਰਨ ਹੋਏ ਹਨ। ਸੋ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਫਤਿਹ ਪ੍ਰਵਾਨ ਕਰੋ ਜੀ।